पाद पंकज बंदना संग अमरदास गुर हृदय त्यावं हृदय त्यावं। श्री गुरु रामदास गुण गावं। श्री अर्जन विघ्न के नाशक विघ्न के नाशक। हर गोबिंद शुभ सुमत पर श्री हरि नामो कर जोरी नामो कर जोरी। गुर हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विशाला। तारा तारा पर पुन पुन सीसा पुन पुन सीसा। बंदो बार बार जगदीसा। जिसमें है अमृत ज्ञान है माणिक भगत वैराग। श्री गुरु ग्रंथ साहिब उदल बंद कर अनुराग। श्री गुर शब्द कमाए देना जीते पंच विकार। तिन संतन का बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। मुक्तंत तीर तोमर उबार। गमनंत अग्र कह मार मार। मुक्तंत तीर तोमर उबार। शतर तख्त के मालिक गुरता गद्दी उपर सुभायमान दसां पातशाहियां दे आत्मिक स्वरूप जुगो जुग अटल सतगुरु पतत पावन भगत वत्सल कृपा निधान ज्योति स्वरूप। धन 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 श्री गुरु ग्रंथ साहिब सच्चे पातशाह महाराज जी दी परम पवित्र हजूरी अंदर दल भंजन गुर सूरमा बड़ जोधा बहु बड़े उपकारी। मेरे पीरी दे मालक सतगुरु धन धन श्री गुरु हरगोबिंद साहिब जी दे शुभ मुबारक चरण शो प्राप्त
ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਸੰਧਿਆ ਦੇ ਪਾਵਨ ਪਵਿੱਤਰ ਸ਼ੁਭ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ, ਨਤਮਸਤਕ ਹੋ ਰਹੀ ਸੁਮਨ ਗੁਰੂ ਕੀ ਸੰਗਤ ਜੀ, ਵਡਭਾਗ ਹੈ ਜੋ ਸਤਸੰਗਤ ਰਾਹੀਂ ਸਵਾਸਾਂ ਨੂੰ ਸਫਲ ਬਣਾਉਣ ਦਾ ਉਦਮ ਧਾਰ ਰਹੇ ਹਾਂ। ਆਪ ਸਰਬੱਤ ਸੰਤਾਂ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰ, ਗੁਰਬਾਣੀ ਦੇ ਰਸ ਭੰਨੇ ਸ਼ਬਦਾਂ ਦੇ ਕੀਰਤਨ, ਸੋਦਾਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ, ਸ਼੍ਰੀ ਮੁਖ ਵਾਕ ਪ੍ਰਾਪਤ ਕਰਕੇ ਲਾਭ ਖੱਟਿਆ ਹੈ। ਸਮਾਂ ਹੈ ਸਤਿਗੁਰਾਂ ਦੀ ਪਾਵਨ ਪਵਿੱਤਰ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦਾ। ਸੁਆਓ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ, ਅਸ਼ੀਸ਼ ਬਖਸ਼ੋ, ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਆ ਰਹੇ ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲਾ ਵਿਚਾਰਿਆ ਹੋਇਆ ਪ੍ਰਸੰਗ ਸੰਖੇਪ ਮਾਤਰ ਦੁਹਰਾਈਏ ਤਾਂ ਕਿ ਲੜੀ ਜੁੜ ਜਾਵੇ ਔਰ ਅੱਗੇ ਆ ਰਹੀ ਵਿਚਾਰ ਨੂੰ ਸਮਝਣ ਵਿੱਚ ਮੁਸ਼ਕਲ ਨਾ ਆਵੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਬਾਬਾ ਵਿਧੀ ਚੰਦ ਸਾਹਿਬ ਔਰ ਬ੍ਰਾਹਮਣ ਜਾਤ ਦੇ ਵਿੱਚੋਂ ਮਲਕ ਸਿੱਖ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦਾ ਸੇਵਾਦਾਰ ਭਾਈ ਲੱਖੂ, ਇਹ ਸਿੱਖ ਮੁਗਲਾਂ ਦਾ ਜ਼ੋਰਦਾਰ ਹੱਲਾ ਹੁੰਦਾ ਵੇਖ ਕੇ ਜੰਗ ਦੇ ਮੈਦਾਨ ਦੇ ਵਿੱਚ ਉੱਡ ਪਏ। ਬੜੀ ਬਹਾਦਰੀ ਦੇ ਨਾਲ ਜੰਗ ਲੜਿਆ। ਮੁਗਲ ਜੋ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਵੱਧ ਰਹੇ ਸੀ, ਸ਼ਮਸ਼ ਬੇਗ ਅਤੇ ਕਾਸਮ ਬੇਗ ਦੀ ਅਗਵਾਈ ਵਿੱਚ, ਇਹਨਾਂ ਦੇ ਪਾਸੋਂ ਸਿੱਖਾਂ ਨੇ ਬੜੀ ਸੂਰਮਤਾਈ ਨਾਲ, ਦਲੇਰੀ ਨਾਲ ਸਾਹਮਣਾ ਕਰਦਿਆਂ ਰਣ ਛੁਡਾ ਲਿਆ ਹੈ। ਇਹਨਾਂ ਦਾ ਹੱਲਾ ਪਿੱਛੇ ਮੋੜ ਦਿੱਤਾ ਹੈ। ਉਸ ਸਮੇਂ ਕਾਸਮ ਬੇਗ ਦਾ ਭਾਈ ਲੱਖੂ ਦੇ ਨਾਲ ਮੁਕਾਬਲਾ ਹੋਇਆ ਤੇ ਹਰ ਸਮੇਂ ਸਤਿਗੁਰਾਂ ਦੇ ਭਾਰੀ ਬਰਸ਼ੀ ਆਪਣੇ ਹੱਥ ਦੇ ਵਿੱਚ ਲੈ ਕੇ ਸਤਿਗੁਰਾਂ ਦੇ ਪਾਸ ਰਹਿੰਦਾ ਸੀ। ਜਿਸ ਸਮੇਂ ਸਤਿਗੁਰਾਂ ਨੂੰ ਬਰਸ਼ੀ ਦੀ ਜ਼ਰੂਰਤ ਪੈਂਦੀ, ਉਸ ਸਮੇਂ ਸਤਿਗੁਰਾਂ ਨੂੰ ਇਹ ਸ਼ਸਤਰ ਪਕੜਾਉਣ ਦੀ ਸੇਵਾ ਨਿਭਾਉਂਦਾ। ਬੀਰ ਰਸ ਦੇ ਵਿੱਚ ਆ ਕੇ ਉਸਨੇ ਕਾਸਮ ਬੇਗ ਦਾ ਸਾਹਮਣਾ ਕੀਤਾ। ਕਾਸਮ ਬੇਗ ਨੇ ਆਪਣੀ ਸ਼੍ਰੀ ਸਾਹਿਬ ਦਾ ਵਾਰ ਭਾਈ ਲੱਖੂ ਦੇ ਉੱਪਰ ਕੀਤਾ, ਪਰ ਭਾਈ ਲੱਖੂ ਨੇ ਇਸ ਵਾਰ ਨੂੰ ਆਪਣੀ ਉਸ ਭਾਰੀ ਸਾਂਗ 'ਤੇ ਜੋ ਸਤਿਗੁਰਾਂ ਦੇ ਕਰ ਕਮਲਾਂ ਦੀ ਹੈ ਉਸ ਦੇ ਉੱਪਰ ਸਹਾਰ ਲਿਆ ਹੈ। ਇਸ ਬਰਸ਼ੀ ਦੇ ਨਾਲ ਸ਼੍ਰੀ ਸਾਹਿਬ ਟਕਰਾਉਣ ਦਾ ਕਰਕੇ ਦੋ ਟੋਟੇ ਹੋ ਗਈ ਔਰ ਇੰਨੇ ਚਿਰ ਨੂੰ ਭਾਈ ਲੱਖੂ ਨੇ ਦੋਹਰੇ ਇਸ ਨੂੰ ਸੰਭਲਣ ਨਹੀਂ ਦਿੱਤਾ ਔਰ ਇਸ ਬਰਸ਼ੀ ਦਾ ਭਾਰੀ ਵਾਰ ਬੜੇ ਬਲ ਦੇ ਨਾਲ ਇਸ ਦੀ ਹਿੱਕ 'ਤੇ ਕੀਤਾ, ਜੋ ਇਸ ਦੀ ਹਿੱਕ ਨੂੰ ਵਿੰਨ ਕੇ ਪਾਰ ਲੰਘ ਗਿਆ ਹੈ ਤੇ ਧਰਤੀ ਦੇ ਉੱਪਰ ਡਿੱਗ ਪਿਆ ਹੈ। ਜਦੋਂ ਇਉਂ ਲਲਾ ਬੇਗ ਨੇ ਆਪਣੇ ਪੁੱਤਰ ਨੂੰ ਮਰਿਆ ਹੋਇਆ ਵੇਖਿਆ, ਬੜਾ ਵੀਰ ਰਸ ਜਾਗਿਆ, ਗੁੱਸੇ ਵਿੱਚ ਆਇਆ ਹੈ। ਆਪਣੇ ਪਰ ਵਿਸ਼ੇਸ਼ 100 ਸੂਰਮੇ ਜਿਹੜੇ ਹਰ ਸਮੇਂ ਇਸ ਦੇ ਨਾਲ ਰਹਿੰਦੇ ਆ, ਬੜੇ ਬਲੀ ਹੈ, ਹਰੇਕ ਸ਼ਸਤਰ ਨੂੰ ਚਲਾਉਣ ਦੇ ਵਿੱਚ ਨਿਪੁੰਨ ਹੈ, ਵਿੱਦਿਆ ਜਾਣਦੇ ਹੈ। ਇਹਨਾਂ ਨੂੰ ਨਾਲ ਲੈ ਕੇ ਬੜਾ ਭਾਰੀ ਹੱਲਾ ਕੀਤਾ। ਚਾਹੁੰਦਾ ਹੈ ਆਪਣੇ ਪੁੱਤਰ ਦੀ ਲਾਸ਼ ਦੇ ਪਾਸ ਪਹੁੰਚਣਾ। ਇਸ ਵਾਸਾਂ ਤੋਂ ਹੀ ਨਹੀਂ ਪਈ ਹੋਈ ਆਪਣੇ ਪੁੱਤਰ ਦੀ ਲੋਚ ਨੂੰ ਮੈਂ ਇੱਕ ਵਾਰ ਵੇਖ ਲਵਾਂ।
ਸੋ ਉਹਨਾਂ ਨੂੰ ਨਾਲ ਲੈ ਕੇ ਇਸਨੇ ਬਹੁਤ ਤੇਜ਼ ਤਰਾਰ ਬੜੇ ਜੋਸ਼ ਦੇ ਵਿੱਚ ਹੱਲਾ ਕੀਤਾ ਹੈ। ਬੜਾ ਭਿਆਨਕ ਭਾਰੀ ਜੰਗ ਉਸ ਸਮੇਂ ਮਚ ਰਿਹਾ, ਸਿੱਖ ਮੁਕਾਬਲਾ ਕਰ ਰਹੇ ਹਨ। ਇੱਥੋਂ ਤੱਕ ਆਪਾਂ ਕੱਲ੍ਹ ਇਹ ਪ੍ਰਸੰਗ ਸ਼੍ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਇਤਿਹਾਸ ਦੀ ਪਾਵਨ ਪਵਿੱਤਰ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਦੇ ਨਾਲ ਜੁੜੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਕਤੰਤ ਤੀਰ ਤੋਮਰ ਉਭਾਰ। ਇਉਂ ਇਹ ਲਲਾ ਵੇਗ ਤੇ ਇਸ ਦੇ ਨਾਲ ਦੇ ਜਿਹੜੇ 100 ਸੂਰਮੇ ਹੈ, ਬਹੁਤ ਜੰਗ ਲੜਨ ਦੇ ਵਿੱਚ ਨਿਪੁੰਨ ਹੈ। ਇਹ ਆਪਣੇ ਧਨੁੱਖ ਤੋਂ ਤਿੱਖੇ ਤੀਰਾਂ ਦੀ ਬਹੁਤ ਭਾਰੀ ਬਰਸਾਤ ਸਿੱਖਾਂ ਦੇ ਉੱਪਰ ਕਰ ਰਹੇ ਹਨ, ਮਾਰ ਮਚਾਈ ਹੋਈ ਹੈ। ਕਿਸੇ ਨੇ ਹੱਥਾਂ ਦੇ ਵਿੱਚ ਤੋਮਰ ਜਿਹੜੇ ਵਰਸ਼ੇ ਆ ਉਹ ਧਾਰਨ ਕੀਤੇ ਹੈ। ਇਹਨਾਂ ਵਰਸ਼ਿਆਂ ਦੀ ਮਾਰ ਸਿੱਖਾਂ ਦੇ ਉੱਪਰ ਮਚਾਉਂਦੇ ਹਨ ਜੀ। ਗਮਨੰਤ ਅਗਰ ਕਹਿ ਮਾਰ ਮਾਰ ਲੋ ਕਹਿੰਦੇ ਹੋਏ ਰਣ ਭੂਮੀ ਦੇ ਵਿੱਚ ਅੱਗੇ ਨੂੰ ਵਧਦੇ ਜਾ ਰਹੇ ਹਨ। ਨਿਜ ਹਾਰ ਜਾਨ ਬਹੁ ਰਿਸ਼ਤ ਵੀਰ। ਇਹ ਜਿਹੜੇ ਮੁਗਲ ਤੁਰਕ ਸੂਰਮੇ ਹੈ, ਆਪਣੀ ਹਾਰ ਸਾਹਮਣੇ ਦਿਸਦੀ ਹੈ ਨਾ ਹੁਣ ਜੰਗ ਦੇ ਵਿੱਚ ਇਹਨਾਂ ਨੂੰ। ਸੋ ਆਪਣੀ ਹਾਰ ਵੇਖ ਕੇ ਬੜੇ ਭਾਰੇ ਗੁੱਸੇ ਦੇ ਵਿੱਚ ਆਏ ਹੋਏ ਹਨ। ਮੁਗਲਨ ਪਠਾਨ ਮਹਿਨੀਕ ਧੀਰ। ਇਹਨਾਂ ਮੁਗਲਾਂ ਤੇ ਪਠਾਨਾਂ ਦੇ ਵਿੱਚ ਇਹ ਜਿਹੜੀ ਧੀਰਜ ਹੈ ਬਹੁਤ ਭਾਰੀ ਹੈ, ਪਰ ਇਸ ਸਮੇਂ ਗੁੱਸੇ ਦੇ ਵਿੱਚ ਹਨ। ਇਸ ਕਰਕੇ ਅਧੀਰਜ ਦੇ ਸਮੇਤ ਬਹੁਤ ਭਾਰੀ ਹੱਲਾ ਕਰਦੇ ਹੋਏ ਭਾਰੀ ਮਾਤਰਾ ਵਿੱਚ ਤੀਰ ਤੋਮਰ ਇਤਿਆਦਿਕ ਜੋ ਵੀ ਸ਼ਸਤਰ ਇਹਨਾਂ ਦੇ ਪਾਸ ਹੈ, ਉਸ ਦੇ ਮਾਰ ਬੜੀ ਕਾਹਲੀ ਨਾਲ ਸਿੱਖਾਂ ਦੇ ਉੱਪਰ ਇਹਨਾਂ ਨੇ ਮਚਾਈ ਹੋਈ ਹੈ। ਗੁਰ ਸੂਰ ਵਧੇ ਦੀਨੋ ਸੋ ਮੋਰ। ਵੱਧਦੇ ਹੋਏ ਗੁਰੂ ਕੇ ਸੂਰਮਿਆਂ ਨੂੰ ਇਹਨਾਂ ਨੇ ਵਾਪਸ ਪਿੱਛੇ ਨੂੰ ਧੱਕ ਦਿੱਤਾ ਹੈ। ਇੱਕ ਵਾਰ ਚੁੰਗ ਮਿਲ ਕੀਨ ਜ਼ੋਰ। ਇੱਕ ਵਾਰ ਇਹਨਾਂ ਦੇ ਟੋਲੇ ਨੇ ਮਿਲ ਕਰਕੇ ਐਸਾ ਭਾਰੀ ਜ਼ੋਰ ਕੀਤਾ ਰਣ ਭੂਮੀ ਵਿੱਚ ਜੀ। ਤੁਪਕ ਤੜਾਕ ਤੀਰਨ ਸੜਾਕ। ਤੁਪਕ ਬੰਦੂਕਾਂ ਦੀ ਤੜਾਕ ਦੀ ਆਵਾਜ਼ ਉੱਠ ਰਹੀ ਹੈ। ਸੜਾਕੇ ਦੇ ਨਾਲ ਕਮਾਨ ਦੇ ਵਿੱਚੋਂ ਛੱਡੇ ਹੋਏ ਤੀਰ ਆ ਜਿਹੜੇ ਸ਼ੂਕਦੇ ਹੋਏ ਜਾਂਦੇ ਆ ਵੈਰੀਆਂ ਵੱਲ ਨੂੰ। ਕਿਨ ਕਾਢ ਖੜਗ ਹੱਥ ਤਾਕ। ਕਿਸੇ ਨੇ ਹੱਥ ਦੇ ਵਿੱਚ ਸ਼੍ਰੀ ਸਾਹਿਬ ਕੱਢ ਕੇ ਮਿਆਨ ਦੇ ਵਿੱਚੋਂ ਧਾਰਨ ਕੀਤੀ ਹੋਈ ਹੈ, ਔਰ ਪਛਾਣ ਕੇ ਆਪਣੇ ਵੈਰੀਆਂ ਦੇ ਤਾਈਂ ਇਸ ਸ਼੍ਰੀ ਸਾਹਿਬ ਦੀ ਮਾਰ ਮਚਾ ਰਹੇ ਹਨ ਜੀ। ਨਿਮ ਘਰੇ ਘਾਲ ਕਮਸਾਨ ਘਾਏ। ਇਸ ਤਰੀਕੇ ਦੇ ਨਾਲ ਬਹੁਤ ਭਿਆਨਕ ਜੋ ਕਮਸਾਨ ਦਾ ਜੰਗ ਹੈ ਇਹਨਾਂ ਤੁਰਕਾਂ ਨੇ ਉਸ ਸਮੇਂ ਮਚਾ ਦਿੱਤਾ ਹੈ। ਗਿਰ ਪਰੇ ਸੁਮਟ ਬਹੁ ਜੰਗ ਥਾਏ। ਇਸ ਹੱਲੇ ਦੇ ਵਿੱਚ ਬੇਅੰਤ ਸੂਰਮੇ ਆ ਜਿਹੜੇ ਪ੍ਰਾਣਾਂ ਤੋਂ ਹੀਣੇ ਹੋ ਕਰਕੇ ਰਣ ਭੂਮੀ ਵਾਲੀ ਥਾਂ ਤੇ ਲਾਸ਼ਾਂ ਦੇ ਰੂਪ ਦੇ ਵਿੱਚ ਤਬਦੀਲ ਹੋ ਕੇ ਡਿੱਗ ਗਏ ਹਨ ਜੀ। ਵੇਖ ਪੁੱਤਰ ਲੋਥ ਮਿਲ ਰਹਿਸ ਧੂਰ। ਵੇਖਿਆ ਹੈ ਇਸਨੇ ਪਾਸ ਜਾ ਕੇ ਜਿੱਥੇ ਪਹੁੰਚਣਾ ਚਾਹੁੰਦਾ ਸੀ ਲਲਾ ਬੇਗ, ਉਸ ਥਾਂ ਤੱਕ ਪਹੁੰਚ ਗਿਆ ਜਿੱਥੇ ਇਸ ਦਾ ਪੁੱਤਰ ਮਰਿਆ ਪਿਆ ਸੀ। ਭਾਈ ਲੱਖੂ ਦੇ ਹੱਥੋਂ ਕਾਸਮ ਬੇਗ ਦੀ ਮੌਤ ਹੋਈ ਸੀ। ਸੋ ਉਸ ਜਗ੍ਹਾ ਤੇ ਪਹੁੰਚ ਕੇ ਪਰ ਵੇਂਦਾ ਕੀ ਹੈ, ਇੰਨਾ ਘਮਸਾਨ ਦਾ ਮਚਿਆ ਹੋਇਆ ਜੰਗ ਕਰਕੇ, ਬਹੁਤ ਜ਼ਿਆਦਾ ਹਲਚਲ ਹੋਣ ਦਾ ਕਰਕੇ ਇਸ ਦੇ ਪੁੱਤਰ ਦੀ ਜੋ ਲਾਸ਼ ਹੈ ਉਹ ਧੂੜ ਦੇ ਵਿੱਚ ਮਿਲ ਗਈ ਹੈ। ਧੂੜ ਦੇ ਨਾਲ ਲੱਥ-ਪੱਥ ਹੋ ਗਈ ਹੈ। ਉੱਥੇ ਜਿੰਨੀਆਂ ਵੀ ਲਾਸ਼ਾਂ ਡਿੱਗੀਆਂ ਹੋਈਆਂ ਸੀ ਤੁਰਕਾਂ ਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਲਾਸ਼ਾਂ ਦੇ ਉੱਪਰ ਘੱਟਾ ਬਹੁਤ ਭਾਰੀ ਮਾਤਰਾ ਦੇ ਵਿੱਚ ਚੜ ਗਿਆ ਹੈ। ਬਹੁ ਸ਼ੋਕ ਧਾਰ ਜਲ ਨੈਣ ਪੂਰ। ਇਸ ਨੇ ਜਦੋਂ ਐਸੀ ਹਾਲਾਤ ਵੇਖੀ ਬੜਾ ਦੁੱਖ ਮੰਨਿਆ, ਕਿਉਂਕਿ ਹੁਣ ਅੰਤਮ ਸਮੇਂ ਆਪਣੇ ਪੁੱਤਰ ਦੀ ਪਛਾਣ ਵੀ ਤੇ ਨਹੀਂ ਆ ਰਹੀ ਰਣ ਭੂਮੀ ਦੇ ਵਿੱਚ। ਘੱਟਾ ਚੜਿਆ ਹੋਣ ਦਾ ਕਰਕੇ ਸਭ ਲਾਸ਼ਾਂ ਇੱਕੋ ਜਿਹੀਆਂ ਹੀ ਦਿਸਦੀਆਂ, ਕਿਸੇ ਦੇ ਕੋਈ ਪਰ ਵਿਸ਼ੇਸ਼ ਪਛਾਣ ਨਹੀਂ ਰਹਿ ਗਈ ਹੈ। ਸੋ ਇਸ ਕਰਕੇ ਬੜਾ ਦੁਖੀ ਹੋਇਆ। ਆਪਣੇ ਨੇਤਰ ਹੈ ਜਿਹੜੇ ਪੁੱਤਰ ਦੀ ਮੌਤ ਦੇ ਨਾਲ ਉਸ ਪੀੜ ਦੇ ਨਾਲ
ਹੰਝੂਆਂ ਦੇ ਨਾਲ ਪਾਣੀ ਦੇ ਨਾਲ ਇਸ ਦੇ ਭਰ ਗਏ ਹਨ ਜੀ। ਪੁੱਛ ਫਿਰਿਓ ਨਿਕਟ ਨਹਿ ਦਿਖ ਸਕਾਹੇ। ਥੋੜਾ ਜਿਹਾ ਸਮਾਂ ਨੇੜੇ ਖਲੋ ਕੇ ਵੇਖਿਆ ਇਸ ਨੇ, ਪਛਾਣਨ ਦੀ ਕੋਸ਼ਿਸ਼ ਕੀਤੀ, ਪਰ ਘੱਟਾ ਬਹੁਤ ਜ਼ਿਆਦਾ ਹੋਣ ਦਾ ਕਰਕੇ, ਧੂੜ ਦਾ ਕਰਕੇ, ਧੂੜ ਦੇ ਵਿੱਚ ਮਿਲੀਆਂ ਲਾਸ਼ਾਂ ਦੇ ਵਿੱਚੋਂ ਆਪਣੇ ਪੁੱਤਰ ਦੀ ਲਾਸ਼ ਨੂੰ ਪਛਾਣ ਨਹੀਂ ਸਕਿਆ। ਜਨ ਫਟਤ ਹਿਰਦਾ ਬਹੁ ਕਸ਼ਟ ਮਾਹੇ। ਐਸੇ ਭਾਰੀ ਦੁੱਖ ਦੇ ਵਿੱਚ ਆ, ਕਹਿੰਦੇ ਹੁਣ ਮੰਨ ਲਓ ਜਿਵੇਂ ਇਸ ਦਾ ਹਿਰਦਾ ਜਿਹੜਾ ਹੁਣੇ ਹੀ ਫਟ ਜਾਏਗਾ ਪੀੜਾ ਦੇ ਨਾਲ। ਤਬ ਲੋ ਸੁਭਟ ਜੇਠਾ ਪ੍ਰਚੰਡ। ਇੰਨੇ ਸਮੇਂ ਨੂੰ ਸਤਿਗੁਰਾਂ ਦਾ ਸਿੱਖ ਭਾਈ ਜੇਠਾ ਜੀ, ਬਲਵੰਡ ਬੜੋ ਚਿਤ ਚਹਿ ਭਮੰਡ। ਜਿਹੜਾ ਬਹੁਤ ਭਾਰੀ ਪ੍ਰਚੰਡ ਸੂਰਮਾ ਹੈ, ਬਲਵੰਡ ਬਹੁਤ ਜ਼ਿਆਦਾ ਬਲਵਾਨ ਹੈ, ਇਹ ਤੇਜ ਤਰਾਰ ਸੂਰਮਾ ਬਹੁਤ ਭਿਆਨਕ ਜੰਗ ਲੜਨ ਦੀ ਇੱਛਾ ਰੱਖਦਾ ਹੈ ਹੁਣ ਰਣ ਭੂਮੀ ਦੇ ਵਿੱਚ। ਕਰ ਤੁੰਦ ਤੁਰੰਗਮ ਅਗਰ ਜਾਏ। ਇਸ ਨੇ ਕਾਹਲੀ ਕੀਤੀ, ਵੀਰ ਰਸ ਵਿੱਚ ਆ ਕੇ ਤੇਜ ਕੀਤਾ ਆਪਣੇ ਘੋੜੇ ਨੂੰ ਦੜਾ ਕੇ ਰਣ ਭੂਮੀ ਦੇ ਵਿੱਚ ਸਾਹਮਣੇ ਪਹੁੰਚ ਗਏ ਹਨ ਨੇ। ਸਮੁਦਾਏ ਬਾਣ ਮਾਰੇ ਰਸਾਏ। ਸਾਰੇ ਮੁਗਲ ਤੁਰਕ ਸੂਰਮਿਆਂ ਦੇ ਵੇਖ ਵੇਖ ਕੇ ਚੁਣ ਕੇ ਸਭ ਨੂੰ ਆਪਣੇ ਭੱਥੇ ਵਿੱਚੋਂ ਤਿੱਖੇ ਤਿੱਖੇ ਤੀਰ ਕੱਢ ਕੇ ਇਹਨਾਂ ਦੇ ਤਾਈ ਮਾਰੇ ਹਨ। ਜਹ ਲਲਾ ਬੇਗ ਤਹ ਸਮੁਖ ਹੋਏ। ਜਿੱਥੇ ਲਲਾ ਬੇਗ ਖਲੋਤਾ ਹੋਇਆ ਸੀ ਨਾ, ਆਪਣੀ ਫੌਜ ਦੀ ਅਗਵਾਈ ਕਰਦਾ ਹੋਇਆ, ਆਪਣੇ ਸੂਰਮਿਆਂ ਦੇ ਸਮੇਤ ਪੁੱਤਰ ਦੀ ਲਾਸ਼ ਵੇਖਣ ਦੇ ਵਾਸਤੇ ਪੁੱਜਿਆ ਸੀ, ਉੱਥੇ ਬਿਲਕੁਲ ਸਾਹਮਣੇ ਪਹੁੰਚ ਗਏ ਬਾਬਾ ਜੇਠਾ ਜੀ, ਔਰ ਜਾ ਕਰਕੇ ਬਿਲਕੁਲ ਸਨਮੁਖ ਹੋ ਕੇ ਰੁਕ ਰਹਿਓ ਵੀਰ ਸ਼ਤਰਨ ਪਰੋਏ। ਖਲੋ ਗਏ ਹਨ, ਖਲੋ ਕਰਕੇ ਟਿਕਾ ਕੇ ਪੈਰ ਚੰਗੀ ਤਰ੍ਹਾਂ ਜੰਗ ਲੜ ਰਹੇ ਹੈ। ਬਹੁਤ ਸਾਰੇ ਤੁਰਕਾਂ ਨੂੰ ਆਪਣੇ ਤੀਰਾਂ ਦੇ ਵਿੱਚ, ਸ਼ਸਤਰਾਂ ਦੇ ਵਿੱਚ ਪਰੋ ਦਿੱਤਾ ਹੈ, ਮਾਰ ਦਿੱਤਾ ਹੈ। ਮੁਗਲਾਨ ਵਿੱਚ ਗਰਜਿਓ ਬਿਲੰਦ। ਇਸ ਤਰੀਕੇ ਦੇ ਨਾਲ ਭਾਰੀ ਗਰਜਨਾ ਕੀਤੀ ਹੈ ਮੁਗਲ ਫੌਜ ਦੇ ਵਿੱਚ ਪ੍ਰਵੇਸ਼ ਕਰਕੇ। ਬਿਨ ਤਰਾਸ਼ ਸ਼ਸਤਰ ਕਹਿ ਕਰ ਨਿਕੰਦ। ਬਹੁਤ ਦਲੇਰੀ ਦੇ ਨਾਲ ਬਿਨਾਂ ਕਿਸੇ ਡਰ ਤੋਂ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਆ ਜਿਹੜੇ ਧਾਰਨ ਕੀਤੇ ਹੋਏ ਹੈ, ਔਰ ਨਿਕੰਦ ਇਹਨਾਂ ਸ਼ਸਤਰਾਂ ਦੇ ਵਾਰ ਵੈਰੀਆਂ ਦੇ ਉੱਪਰ ਲਗਾਤਾਰ ਕਰ ਰਹੇ ਹਨ ਬਾਬਾ ਜੇਠਾ ਜੀ। ਜਹ ਲਲਾ ਬੇਗ ਕੋ ਕਰਨ ਘਾਤ। ਮਨ ਦੀ ਮਨਸ਼ਾ ਇਹ ਹੈ ਕਿ ਮੈਂ ਲਲਾ ਬੇਗ ਦੇ ਤਾਈ ਮਾਰ ਲਵਾਂ, ਜੋ ਇਹਨਾਂ ਦਾ ਸੈਨਾਪਤੀ ਹੈ, ਜੰਗ ਦੇ ਵਿੱਚ ਹੁਣ ਆਇਆ ਹੈ, ਉਤਰਿਆ ਹੈ ਮੈਦਾਨ ਦੇ ਵਿੱਚ। ਜਹ ਕਰਾ ਚੋਲ ਖੈਂਚਿਓ ਰਿਸਾਤ। ਇਸ ਮਨਸ਼ਾ ਦੇ ਨਾਲ ਕਲਾ ਚੌਲ ਭਾਵ ਸ਼੍ਰੀ ਸਾਹਿਬ ਹੈ ਜਿਹੜੀ, ਬੜੇ ਗੁੱਸੇ ਦੇ ਨਾਲ ਵੀਰ ਰਸ ਦੇ ਨਾਲ ਮਿਆਨ ਦੇ ਵਿੱਚੋਂ ਧੋ ਲਈ ਹੈ। ਪ੍ਰੇਰ ਸਮੁਖ ਕੀ ਅਨੇਰ ਜਾਏ। ਆਪਣੇ ਘੋੜੇ ਨੂੰ ਸਾਹਮਣੇ ਪ੍ਰੇਰਿਆ ਲਲਾ ਬੇਗ ਵਾਲੇ ਪਾਸੇ ਨੂੰ, ਸਾਹਮਣੇ ਜਾ ਕਰਕੇ ਨੇੜਾ ਕੀਤਾ ਹੈ ਇਸ ਦਾ। ਸਿਰ ਕੋ ਪ੍ਰਹਾਰ ਦੀਨ ਚਲਾਏ। ਇਹਦੇ ਸਿਰ ਦਾ ਨਿਸ਼ਾਨਾ ਤੱਕ ਕੇ ਬਣਾ ਕੇ ਨੇੜਾ ਕਰਕੇ ਲਲਾ ਬੇਗ ਦਾ ਆਪਣੇ ਹੱਥ ਦੀ ਵਾਰ ਸ਼੍ਰੀ ਸਾਹਿਬ ਦਾ ਬੜੇ ਬਲ ਦੇ ਨਾਲ, ਜ਼ੋਰ ਦੇ ਨਾਲ ਕੀਤਾ ਹੈ। ਇਸ ਦਾ ਸਿਰ ਨੂੰ, ਇਸ ਦੇ ਨੂੰ ਨਿਸ਼ਾਨਾ ਬਣਾਇਆ। ਲੱਗ ਗਇਓ ਲੋਹ ਪਰ ਨਿਫਲ ਘਾਤ। ਪਰ ਬਾਬਾ ਜੇਠਾ ਜੀ ਦਾ ਚਲਾਇਆ ਹੋਇਆ ਇਹ ਸ਼੍ਰੀ ਸਾਹਿਬ ਦਾ ਵਾਰ ਨਿਸ਼ਫਲ ਹੋ ਗਿਆ, ਕਿਉਂਕਿ ਇਸ ਨੇ ਸੀਸ ਦੇ ਉੱਪਰ ਲੋਹੇ ਦਾ ਟੋਪ ਧਾਰਨ ਕੀਤਾ ਹੋਇਆ ਸੀ। ਉਸ ਸਮੇਂ ਬਚਾਅ ਦੇ ਲਈ ਸੰਜੋਗ ਦੇ ਨਾਲ ਜਿਹੜਾ ਬਣਿਆ ਹੁੰਦਾ, ਸੋ ਉਸ ਟੋਪ ਦੇ ਪੈਰ ਨੇ ਕਰਕੇ ਦਾ ਬਚਾਅ ਹੋ ਗਿਆ। ਸ਼੍ਰੀ ਸਾਹਿਬ ਉਸ ਲੋਹੇ ਦੇ ਟੋਪ ਦੇ ਨਾਲ ਜਾ ਕਰਕੇ ਟਕਰਾ ਗਈ ਹੈ। ਤਬ ਲਲਾ ਬੇਗ ਉਰ ਬਹੁ ਰਿਸਾਤ। ਜਦੋਂ ਇਸ ਨੇ ਵੇਖਿਆ ਵੀ ਸਤਿਗੁਰਾਂ ਦੇ ਸਿੱਖ ਸੂਰਮੇ ਨੇ ਮੇਰੇ ਉੱਪਰ ਇਉਂ ਵਾਰ ਕਰ ਦਿੱਤਾ ਹੈ, ਮੇਰੇ ਸੈਨਿਕਾਂ ਦੀਆਂ ਸਫਾਂ ਨੂੰ ਚੀਰਦਿਆਂ ਹੋਇਆ ਕੋਈ ਰੋਕ ਨਹੀਂ ਸਕਿਆ ਇਸ ਨੂੰ, ਇਹ ਬੜੇ ਭਾਰੀ ਗੁੱਸੇ ਦੇ ਵਿੱਚ ਆ ਗਿਆ। ਫਿਰ ਉਸ ਸਮੇਂ ਨਿਜ ਖੜਗ ਖੈਂਚ ਕੀਨਸ ਪ੍ਰਹਾਰ। ਆਪਣੀ ਸ਼੍ਰੀ ਸਾਹਿਬ ਲਲਾ ਬੇਗ ਨੇ ਖਿੱਚੀ ਮਿਆਨ ਦੇ ਵਿੱਚੋਂ ਖਿੱਚ ਕਰਕੇ ਭਾਈ ਜੇਠੇ ਦੇ ਉੱਪਰ ਵਾਰ ਕੀਤਾ ਹੈ ਇਸ ਦਾ। ਹੈ ਚਪਲ ਹੋਤ ਕੇ ਲਗ ਸਵਾਰ। ਬਾਬਾ ਜੇਠਾ ਜੀ ਦੇ ਘੋੜਾ ਹੈ ਜਿਹੜਾ ਬੜਾ ਚੰਚਲ ਸੀ, ਫਰਤੀਲਾ, ਉਸ ਨੂੰ ਪ੍ਰੇਰਿਆ ਤੇ ਸਹੀ ਬਾਬਾ ਜੀ ਨੇ ਬਚਣ ਦੇ ਲਈ ਇਸ ਦੇ ਵਾਰ ਤੋਂ, ਪਰ ਫਿਰ ਵੀ ਚੱਲਦਿਆਂ ਤੁਰਦਿਆਂ ਵੀ ਇਹਦਾ ਕੁਛ ਕੁ ਵਾਰ ਹੈ ਜਿਹੜਾ ਅੱਧਾ ਉਹ ਬਾਬੇ ਜੇਠੇ ਦੇ ਲੱਗਿਆ ਹੈ। ਪੁੱਛ ਤਨਕ ਘਾਵ ਸ਼ਰੋਣਤ ਚਲੰਤ। ਉਸ ਵਾਰ ਦੇ ਲੱਗਣ ਕਰਕੇ ਕੁਛ ਕੁ ਜ਼ਖਮ ਆਇਆ ਸਰੀਰ ਦੇ ਉੱਪਰ, ਉਸ ਜ਼ਖਮ ਦੇ ਵਿੱਚੋਂ ਲਹੂ ਦੀ ਧਾਰਾ ਵਹਿ ਚੱਲੀ ਹੈ ਜੀ। ਜੇਠਾ ਸੋ ਵੀਰ ਜੇਠਾ ਰੰਤ। ਪਰ ਫਿਰ ਵੀ ਉਸ ਜ਼ਖਮ ਦੀ ਕੋਈ ਪਰਵਾਹ ਨਾ ਕਰਦਿਆਂ
ਭਾਈ ਜੇਠਾ ਜੀ ਰਣ ਭੂਮੀ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਸਨਮੁਖ ਹੋ ਕੇ ਮੋਹਰੀ ਹੋ ਕੇ ਲੜ ਰਹੇ ਹਨ। ਇਮ ਖੜਗ ਚਲਤ ਮੁਗਲਾਨ ਦੇਖ, ਇਸ ਤਰੀਕੇ ਦੇ ਨਾਲ ਚੱਲਦੇ ਹੋਏ ਸ਼੍ਰੀ ਸਾਹਿਬਾਂ ਦੇ ਵਾਰ ਜਦੋਂ ਵੇਖੇ ਮੁਗਲਾਂ ਨੇ, ਸਭ ਪਰੇ ਆਨ ਓਰੜ ਵਿਸ਼ੇਖ, ਬਾਕੀ ਜਿਹੜੀ ਬਚੀ ਹੋਈ ਇਸ ਦੀ ਸਮੂਹ ਫੌਜ ਸੀ ਲਲਾ ਬੇਗ ਦੀ, ਉਹ ਵੀ ਗੁੱਸਾ ਖਾ ਕੇ ਲਲਾ ਬੇਗ ਦੇ ਪਾਸ ਆ ਗਈ ਹੈ ਔਰ ਆ ਕਰਕੇ ਸਾਰਿਆਂ ਨੇ ਜੰਗ ਜਿਹੜਾ ਆਰੰਭ ਕਰ ਦਿੱਤਾ ਹੈ। ਕਿਹ ਖੜਗ ਤੁਪਕ ਨੇਜ਼ਾ ਉਭਾਰ, ਕਿਸੇ ਦੇ ਹੱਥ ਦੇ ਵਿੱਚ ਸ਼੍ਰੀ ਸਾਹਿਬ ਹੈ, ਕਿਸੇ ਦੇ ਹੱਥ ਦੇ ਵਿੱਚ ਬੰਦੂਕ ਹੈ, ਕਿਸੇ ਨੇ ਬਰਸ਼ਾ ਧਾਰਨ ਕੀਤਾ ਹੋਇਆ ਹੈ। ਸਭ ਪਰੇ ਜਾਏ ਕਹਿ ਮਾਰ ਮਾਰ, ਸਾਰੇ ਇੱਕੇ ਵਾਰੀ ਆ ਕੇ ਪੈ ਗਏ ਮਾਰ ਲੋ ਕਹਿੰਦੇ ਹੋਏ ਆਪਣੇ ਮੁਖ ਤੋਂ। ਘਿਰ ਗਇਓ ਵੀਰ ਇੱਕ ਸਭਨ ਮਾਹੇ, ਇਹ ਭਾਈ ਜੇਠੇ ਦੇ ਉੱਪਰ ਆ ਕੇ ਪਏ ਆ, ਬਾਕੀ ਸਾਰੇ ਜਿਹੜੇ ਖਲੋਤੇ ਹੋਏ ਸੀ ਲਲਾ ਬੇਗ ਦੇ ਨਾਲ। ਇਕੱਲਾ ਭਾਈ ਜੇਠਾ ਇਹਨਾਂ ਸਾਰੇ ਤੁਰਕਾਂ ਦੇ ਟੋਲੇ ਦੇ ਵਿੱਚ ਘਿਰ ਗਿਆ। ਉਸ ਸਮੇਂ ਮੁਖ ਸ਼ਮਸ ਸੇਤ ਬਨ ਬੈਸ ਜਾਹੇ, ਜਿਨ੍ਹਾਂ ਦੇ ਮੁਖ ਤੇ ਜਿਹੜਾ ਦਾੜਾ ਹੈ ਬਿਲਕੁਲ ਚਿੱਟਾ ਦੁੱਧ ਰੰਗਾ, ਔਰ ਉਮਰ ਜਿਨ੍ਹਾਂ ਦੀ ਵਡੇਰੀ ਹੈ, ਬਜ਼ੁਰਗ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਜੇਠੇ ਪੁੱਤਰ ਹੈ ਬਾਬਾ ਜੇਠਾ ਜੀ। ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਾਲੋਂ ਵੀ ਉਮਰ ਦੇ ਵਿੱਚ ਕਾਫੀ ਅੰਤਰ ਹੈ, ਵੱਡੇ ਹੈ। ਸੋ ਐਸੀ ਹਾਲਾਤ ਦੇ ਵਿੱਚ ਬਾਬਾ ਜੇਠਾ ਜੀ ਜੋ ਬਿਰਧ ਅਵਸਥਾ ਦੇ ਵਿੱਚ ਹੈ, ਬਹੁਤ ਸਾਰੇ ਦੁਸ਼ਮਣਾਂ ਦੇ ਵਿੱਚ ਇਕੱਲੇ ਖਲੋਤੇ ਆ ਘਿਰੇ ਹੋਏ। ਸਭ ਦਿਸ਼ਨ ਝਿਜਕ ਬਾਹਤ ਪ੍ਰਹਾਰ, ਪਰ ਖਿੱਦ ਕਰਕੇ ਫਿਰ ਵੀ ਸਾਰੇ ਪਾਸਿਓਂ ਘਿਰੇ ਹੋਣ ਕਰਕੇ ਵੀ ਸਾਰਿਆਂ ਦੇ ਉੱਪਰ ਆਪਣੇ ਸ਼ਸਤਰਾਂ ਦੀ ਮਾਰ ਪਾਉਂਦੇ ਆ। ਇੱਕ ਮੁਗਲ ਕੰਧ ਕਰਵਾਰ ਝਾਰ, ਇੱਕ ਮੁਗਲ ਨੇ ਬਾਬਾ ਜੀ ਦੇ ਮੋਢੇ ਦੇ ਉੱਪਰ ਬਚਦਿਆਂ ਬਚਾਉਂਦਿਆਂ ਇਹਨਾਂ ਦੇ ਵਾਰਾਂ ਤੋਂ ਆਪਣੇ ਸ਼ਸਤਰ ਦਾ ਵਾਰ ਕੀਤਾ। ਐ ਤਰੇ ਕੇਰ ਕਰ ਕੋਪ ਸਾਥ, ਔਰ ਬੜੇ ਗੁੱਸੇ ਦੇ ਨਾਲ ਵਾਰ ਕਰਕੇ ਘੋੜੇ ਤੋਂ ਥੱਲੇ ਸਿੱਟ ਲਿਆ ਭਾਈ ਜੇਠੇ ਦੇ ਤਾਏ। ਹੁਣ ਦੁਦੀਏ ਦਿਸ਼ਾ ਹੋਏ ਖੜਗ ਹਾਥ, ਫਿਰ ਦੂਜੀ ਦਿਸ਼ਾ ਵਾਲੇ ਪਾਸਿਓਂ ਹੱਥ ਦੇ ਵਿੱਚ ਸ਼੍ਰੀ ਸਾਹਿਬ ਧਾਰਨ ਕਰ ਲਈ ਉੱਠ ਕਰਕੇ ਬਾਬੇ ਜੇਠੇ ਨੇ। ਝਜਕਾਏ ਸਭਨ ਇੱਕ ਕੈ ਪ੍ਰਹਾਰ, ਸਾਰਿਆਂ ਦੇ ਤਾਈ ਵੀਰ ਰਸ ਵਿੱਚ ਆ ਕੇ ਖਿੱਚ ਕੇ ਵਾਰ ਕਰਕੇ ਸਭ ਨੂੰ ਇੱਕ ਰੀ ਪਿੱਛੇ ਹਟਾ ਦਿੱਤਾ ਹੈ। ਚਾਹੋਂ ਦਿਸ਼ਾ ਮੁਗਲ ਢੂਕੇ ਪੁਕਾਰ, ਪਰ ਫਿਰ ਵੀ ਕਿੰਨਿਆਂ ਨੂੰ ਪਿੱਛੇ ਹਟਾਉਣ, ਇੱਕ ਦੂਜੇ ਨੂੰ ਪੁਕਾਰ ਕੇ ਬੁਲਾ ਕੇ ਆਪਣੇ ਪਾਸ ਗਿਣਤੀ ਵਧਾ ਲਈ ਇਹਨਾਂ ਨੇ। ਔਰ ਇਕੱਲਿਆਂ ਨੂੰ ਹੀ ਬਹੁਤ ਸਾਰੇ ਤੁਰਕਾਂ ਨੇ ਚਾਰ ਸਫੇਰੇ ਤੋਂ ਘੇਰ ਲਿਆ ਹੈ ਜੀ। ਪਰ ਵੇਖ ਜਥਾ ਸਸ ਸੂਰ ਪਾਏ, ਕਹਿੰਦੇ ਇਸ ਸਮੇਂ ਐਸੀ ਹਾਲਾਤ ਹੈ ਭਾਈ ਜੇਠੇ ਦੇ ਮੁਗਲਾਂ ਵਿੱਚ ਘਿਰੇ ਹੋਏ ਦੀ, ਜਿਵੇਂ ਸੂਰਜ ਜਾਂ ਚੰਦਰਮਾ ਦੇ ਦੁਆਲੇ ਕਈ ਵਾਰ ਇੱਕ ਰੇਖਾ ਦਿਖਦੀ ਹੈ ਨਾ, ਗੋਲ ਚੱਕਰ ਜਿਹਾ, ਜਦੋਂ ਕਿਤੇ ਬੱਦਲੀਆਂ ਦੇ ਵਿੱਚ ਘਿਰਿਆ ਹੋਵੇ ਚੰਦਰਮਾ ਜਾਂ ਕਿਤੇ ਸੂਰਜ ਘਿਰਿਆ ਹੋਵੇ ਬੱਦਲਾਂ ਦੇ ਵਿੱਚ, ਉਹਦੇ ਆਪਣੇ ਪ੍ਰਕਾਸ਼ ਦੀ ਉਹਦੇ ਚਾਰ ਸਫੇਰੇ ਇੱਕ ਲੀਕ ਜੀ ਬਣ ਜਾਂਦੀ ਹੈ। ਵਿਚਾਲੇ ਸੂਰਜ ਨਜ਼ਰ ਆਉਂਦਾ ਹੈ, ਆਸੇ-ਪਾਸੇ ਲਕੀਰ ਨਜ਼ਰ ਆਉਂਦੀ ਹੈ ਬੜੀ ਗੂੜ੍ਹੀ। ਕਹਿੰਦੇ ਇਸੇ ਤਰੀਕੇ ਦੇ ਨਾਲ ਚਾਰ ਸਫੇਰਿਓਂ ਘੇਰਿਆ ਹੈ, ਘੇਰਾ ਪਾਇਆ ਮੁਸਲਮਾਨਾਂ ਨੇ, ਮੁਗਲਾਂ ਨੇ, ਤੁਰਕਾਂ ਨੇ। ਔਰ ਇਕੱਲੇ ਹੀ ਭਾਈ ਜੇਠਾ ਜੀ ਇਹਨਾਂ ਦੇ ਵਿਚਕਾਰ ਖਲੋਤੇ ਹੋਏ ਆ, ਡਟੇ ਹੋਏ ਹੈ। ਤਿਮ ਗਰਜ ਬੀਚ ਸਭ ਮਹਿ ਸੁਹਾਏ, ਉਸ ਤਰੀਕੇ ਦੇ ਨਾਲ ਗਰਜਦਾ ਹੋਇਆ ਭਾਈ ਜੇਠਾ ਸਾਰਿਆਂ ਦੇ ਵਿੱਚ ਸ਼ੋਭਦਾ ਹੈ, ਸੁੰਦਰ ਲੱਗਦਾ ਹੈ। ਬਹੁ ਕਰਤ ਸ਼ੀਘਰਤਾ ਨਿਜ ਬਚਾਏ, ਇਹਨਾਂ ਸਾਰਿਆਂ ਦੇ ਕੀਤੇ ਹੋਏ ਸ਼ਸਤਰਾਂ ਦੇ ਵਾਰਾਂ ਤੋਂ ਆਪਣੇ ਆਪ ਨੂੰ ਬੜੀ ਫੁਰਤੀ ਦੇ ਨਾਲ ਬਚਾ ਰਿਹਾ ਹੈ ਗੁਰੂ ਕਾ ਸਿੱਖ ਸੂਰਮਾ। ਇਤ ਉਤ ਫਿਰੰਤ ਸ਼ਤਰੂਨ ਘਾਏ, ਇੱਧਰ ਉੱਧਰ ਹੋ ਕਰਕੇ ਸਰੀਰ ਦੀ ਚੰਚਲਤਾ ਦੇ ਨਾਲ, ਸਫੁਰਤੀ ਦੇ ਨਾਲ ਬਚਦਿਆਂ ਨਾਲੇ ਵੈਰੀਆਂ ਦਾ ਵੀ ਵਿਨਾਸ਼ ਕਰੀ ਜਾ ਰਹੇ ਹਨ। ਇੱਕ ਅਲੀ ਬੇਗ ਤੋਮਰ ਉਭਾਰ, ਇੱਕ ਅਲੀ ਬੇਗ ਨਾਮ ਦਾ ਤੁਰਕ ਸੀ ਇਹਨਾਂ ਦੇ ਵਿੱਚ, ਇਸ ਨੇ ਆਪਣਾ ਵਰਸ਼ਾ ਉਤਾਰ ਨੂੰ ਚੁੱਕਿਆ। ਉਸ ਸਮੇਂ ਦਿਸ਼ਾ ਕੀਨੋਂ ਪ੍ਰਹਾਰ, ਭਾਈ ਜੇਠਾ ਜੀ ਦੇ ਖੱਬੇ ਬੰਨਿਓ ਹੋ ਕਰਕੇ ਇਸ ਨੇ ਭਾਈ ਜੇਠਾ ਜੀ ਦੇ ਉੱਪਰ ਇਸ ਵਰਸ਼ੇ ਦਾ ਵਾਰ ਕੀਤਾ ਹੈ। ਲੱਗ ਗਇਓ ਬੱਬਰ ਫੇਰਿਓ ਵਿਸਾਲ, ਫੋਰਿਓ ਵਿਸਾਲ ਬੱਬਰਾਂ ਦੇ ਵਿੱਚ ਲੱਗ ਗਿਆ ਇਸ ਦੇ ਕੀਤੇ ਹੋਏ ਵਰਸ਼ੇ ਦਾ ਵਾਰ। ਬੱਬਰ ਹੁੰਦੀ ਹੈ ਪਸਲੀਆਂ ਵਾਲੀ ਥਾਂ, ਸਾਈਡ ਵਾਲੀ ਥਾਂ ਸਰੀਰ ਦੀ, ਇੱਕ ਪਾਸੇ ਤੇ ਦੋਵਾਂ ਪਾਸਿਆਂ ਦੀ ਦਿਸ਼ਾ ਨੂੰ ਬੱਬਰ ਕਿਹਾ ਜਾਂਦਾ, ਜਿੱਥੋਂ ਪਸਲੀਆਂ ਦੀ ਗਿਣਤੀ ਪੇਟ ਵਾਲੇ ਪਾਸਿਓਂ ਥੱਲਿਓਂ ਆਰੰਭ ਹੁੰਦੀ ਹੈ ਔਰ ਉਤਾਂ ਨੂੰ ਗਿੱਚੀ ਵਾਲੇ ਪਾਸੇ ਤੱਕ, ਗਿੱਚੀ ਤੱਕ ਇਹ ਬੱਬਰਾਂ ਦਾ ਹਿੱਸਾ ਹੀ ਹੁੰਦਾ ਇੱਕ ਪਾਸੇ ਦਾ। ਸੋ ਇਸ ਜਗ੍ਹਾ ਤੇ ਬਾਬਾ ਜੀ ਦੀਆਂ ਪਸਲੀਆਂ ਦੇ ਵਿੱਚ ਇਸ ਦੇ ਵਰਸ਼ੇ ਦਾ ਕੀਤਾ ਹੋਇਆ ਵਾਰ ਲੱਗਿਆ ਹੈ।
ਔਰ ਉਸ ਸਮੇਂ ਜ਼ਖਮੀ ਹੋ ਗਏ ਹਨ ਬਾਬਾ ਜੀ। ਪੁਨ ਚਲਿਓ ਕਾਢ ਕਰ ਮਨੋ ਮਾਰ। ਐਸਾ ਭਾਰੀ ਡੂੰਘਾ ਜ਼ਖਮ ਦੇਖ ਕੇ ਇਹ ਨਿਸ਼ਚਿੰਤ ਹੋ ਗਿਆ ਜਿਹੜਾ ਤੁਰਕ ਹੈ। ਇਸ ਨੇ ਸੋਚਿਆ ਵੀ ਇਸ ਵਾਰ ਦੇ ਮਾਰ ਦੇ ਨਾਲ ਹੁਣ ਨਹੀਂ ਬਚ ਸਕਦਾ ਭਾਈ ਜੇਠਾ, ਔਰ ਮਰਿਆ ਹੋਇਆ ਸਮਝ ਕਰਕੇ ਇਹ ਆਪਣੇ ਰਸਤੇ ਪੈ ਗਿਆ, ਚੱਲਣ ਲੱਗਾ। ਤੋਲਾ ਬਾਬਾ ਜੀ ਨੂੰ ਮਰਿਆ ਹੋਇਆ ਸਮਝ ਕਰਕੇ ਬਹੁ ਕ੍ਰੋਧ ਹਿਰਦੇ ਨਹਿ ਕਾਵ ਜਾਨ। ਪਰ ਬਾਬਾ ਜੇਠਾ ਜੀ ਉਸ ਸਮੇਂ ਐਸੇ ਭਾਰੀ ਵੀਰ ਰਸ ਵਿੱਚ ਸੀ, ਉਹਨਾਂ ਨੇ ਇਸ ਜ਼ਖਮ ਨੂੰ ਕੋਈ ਜ਼ਖਮ ਗਿਣਿਆ ਹੀ ਨਾ। ਤਿਹ ਗੈਲ ਹੋਏ ਕਰ ਹੱਥ ਕਿਰਪਾਨ। ਉਸ ਦੇ ਸਾਹਮਣੇ ਹੋ ਗਏ, ਰਸਤਾ ਰੋਕ ਲਿਆ, ਉਸ ਨੂੰ ਪਿੱਛੋਂ ਪੁਕਾਰ ਕੇ ਰੋਕ ਲਿਆ ਹੈ ਸਾਹਮਣਾ ਕਰਨ ਦੇ ਲਈ। ਰੋਕ ਕਰਕੇ ਪੁਕਾਰ ਕੇ ਉਸ ਦੇ ਤਾਈ ਵੰਗਾਰ ਕਰਕੇ ਉਸ ਦੇ ਉੱਪਰ ਸ਼੍ਰੀ ਸਾਹਿਬ ਦਾ ਵਾਰ ਕੀਤਾ। ਸੋ ਲਿਓ ਘੇਰ ਕਰ ਪ੍ਰਾਨ ਨਾਸ਼। ਇਹ ਬਾਬਾ ਜੇਠਾ ਜੀ ਦੇ ਸ਼੍ਰੀ ਸਾਹਿਬ ਦੇ ਵਾਰ ਤੋਂ ਬਚ ਨਾ ਸਕਿਆ ਉਸ ਸਮੇਂ ਜਿਹੜਾ ਅਲੀ ਵੇਗ ਸੀ, ਔਰ ਇਸ ਨੂੰ ਪ੍ਰਾਣਾ ਤੋਂ ਹੀਣਾ ਕਰਕੇ ਸਿੱਟ ਦਿੱਤਾ ਹੈ, ਰਣ ਭੂਮੀ ਦੇ ਵਿੱਚ ਵਿਨਾਸ਼ ਕਰ ਦਿੱਤਾ ਹੈ ਉਸ ਦਾ। ਬਹੁ ਤੁਰਕ ਆਨ ਕਰ ਟੁਕੇ ਪਾਸ। ਫਿਰ ਅਲੀ ਬੇਗ ਦੇ ਮਰਨ ਤੋਂ ਬਾਅਦ ਬਹੁਤ ਸਾਰੇ ਤੁਰਕ ਫਿਰ ਆ ਕੇ ਘੇਰਾ ਬਣਾ ਕੇ ਟੋਲਾ ਬਣਾ ਕੇ ਪੈ ਗਏ। ਤਿਨਕੇ ਪ੍ਰਹਾਰ ਬਹੁ ਖਾਏ ਖਾਏ। ਇਹਨਾਂ ਬੇਅੰਤ ਵੈਰੀਆਂ ਦੇ ਬਹੁਤ ਸਾਰੇ ਸ਼ਸਤਰਾਂ ਦੇ ਵਾਰਾਂ ਨੂੰ ਖਾ ਖਾ ਕੇ ਸਰੀਰ ਦੇ ਉੱਪਰ ਝੱਲ ਝੱਲ ਕਰਕੇ ਪੁਨ ਪਹੁੰਚ ਪਹੁੰਚ ਰਿਪ ਘਾਏ ਘਾਏ। ਫਿਰ ਇਹਨਾਂ ਤੱਕ ਪਹੁੰਚ ਕਰ ਕਰਕੇ ਬਹੁਤ ਸਾਰੇ ਵੈਰੀਆਂ ਨੂੰ ਵਿਨਾਸ਼ ਕਰਕੇ ਮਾਰ ਮਾਰ ਕਰਕੇ ਤਬ ਗਿਰਿਓ ਆਪ ਬਹੁ ਰਿਪ ਨ ਮਾਰ। ਤਦੋਂ ਬਹੁਤ ਸਾਰੇ ਵੈਰੀਆਂ ਦਾ ਰਣ ਭੂਮੀ ਵਿੱਚ ਵਿਨਾਸ਼ ਕਰਕੇ ਇਹ ਭਾਈ ਜੇਠਾ ਗੁਰੂ ਕਾ ਸਿੱਖ ਬਾਬਾ ਬੁੱਢਾ ਸਾਹਿਬ ਜੀ ਦਾ ਵੱਡਾ ਸੁਪੁੱਤਰ ਰਣ ਭੂਮੀ ਦੇ ਵਿੱਚ ਡਿੱਗ ਪਿਆ, ਵੀਰ ਗਤੀ ਨੂੰ ਪ੍ਰਾਪਤ ਹੋ ਗਿਆ। ਇਸ ਨੇ ਆਪਣੇ ਸਵਾਸ ਤਿਆਗ ਦਿੱਤੇ ਹਨ ਨੇ। ਚੜ ਗਾ ਬਿਮਾਨ ਬੜ ਮੋਦ ਧਾਰ। ਸਤਿਗੁਰਾਂ ਦੇ ਹਿੱਤ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧਰਮ ਦੇ ਲਈ ਕੁਰਬਾਨੀ ਦਿੱਤੀ ਹੈ, ਸ਼ਹੀਦੀ। ਇਸ ਕਰਕੇ ਕਹਿੰਦੇ ਸੱਚਖੰਡ ਨੂੰ ਜਾਣ ਦੇ ਲਈ ਜਹਾਜ਼ ਦੇ ਵਿੱਚ ਸਵਾਰ ਹੋ ਗਏ ਹਨ ਨੇ। ਪਿਖ ਲਲਾ ਬੇਗ ਬਿਸਮਿਓ ਬਿਲੰਦ। ਭਾਈ ਜੇਠੇ ਦੀ ਇਸ ਬਹਾਦਰੀ ਨੂੰ ਵੇਖ ਕੇ ਲਲਾ ਬੇਗ ਆਪਣੇ ਮਨ ਦੇ ਵਿੱਚ ਬੜਾ ਭਾਰੀ ਹੈਰਾਨ ਹੋਇਆ, ਅਸਚਰਜ ਹੋ ਗਿਆ। ਬਹੁ ਲਰਿਓ ਬਹਾਦਰ ਓਜਵੰਦ। ਕਹਿੰਦਾ ਬੜੀ ਬਹਾਦਰੀ ਦੇ ਨਾਲ ਲੜਿਆ, ਸਤਿਗੁਰਾਂ ਦਾ ਸਿੱਖ ਸੂਰਮਾ ਬੜਾ ਬਲੀ ਸੀ, ਬੜਾ ਜ਼ੋਰਾਵਰ ਸੀ। ਗੁਰ ਸੁਭਟ ਬੜੇ ਲਸ਼ਕਰ ਖਪਾਏ। ਇਸੇ ਕਰਕੇ ਤੇ ਕਹਿੰਦਾ ਗੁਰੂ ਦੇ ਥੋੜੇ ਜਿਹੇ ਸੂਰਮਿਆਂ ਨੇ ਮੇਰਾ ਵੱਡਾ ਜਿਹੜਾ ਵਿਨਾਸ਼ ਕਰ ਦਿੱਤਾ ਹੈ, ਲਸ਼ਕਰ ਸੀ ਜਿਹੜਾ। ਮੇਰੀ ਇੰਨੀ ਗਿਣਤੀ ਦੀ ਫੌਜ, ਇੰਨੀ ਦਲੇਰੀ, ਇੰਨੀ ਸੂਰਮਤਾਈ, ਇੰਨੇ ਉਜਵਾਨ ਹੁੰਦਿਆਂ ਇਹਨਾਂ ਨੇ ਕਰ ਦਿੱਤੀ ਹੈ। ਇੰਨੀ ਫੌਜ ਮੇਰੀ ਵਿਨਾਸ਼ ਕਰ ਦਿੱਤੀ ਹੈ। ਐਸੇ ਸੂਰਮੇ ਆ ਸਤਿਗੁਰਾਂ ਦੇ ਪੱਖ ਦੇ ਵਿੱਚ। ਹੋਏ ਟੂਕ ਟੂਕ ਹੈ ਜੁਤ ਨਿਸਾਏ। ਟੂਕ ਟੂਕ ਖੰਡ ਖੰਡ ਹੋ ਕਰਕੇ ਬਹੁਤ ਸਾਰੇ ਵਿਆਹੀ ਸੀ ਨਾ, ਸਾਰਿਆਂ ਦੇ ਸ਼ਸਤਰਾਂ ਦੇ ਵਾਰ ਚੱਲੇ ਆਪਣੇ ਸਰੀਰ ਤੇ। ਸੋ ਟੋਟੇ ਟੋਟੇ ਹੋ ਗਿਆ ਸਰੀਰ ਭਾਈ ਜੇਠੇ ਦਾ। ਜਿਹੜੇ ਘੋੜੇ ਤੇ ਸਵਾਰ ਸੀ ਉਹ ਘੋੜਾ ਵੀ ਸ਼ਹੀਦ ਹੋ ਗਿਆ ਜੰਗ ਦੇ ਵਿੱਚ, ਉਹ ਵੀ ਮਾਰਿਆ ਗਿਆ। ਇਸ ਤਰੀਕੇ ਨਾਲ ਵੀਰ ਗਤੀ ਹੋਏ। ਬਿਨ ਤਰਾਸ ਲਰਤ ਨਹਿ ਗਿਨਹਿ ਬਿਰੰਦ। ਬਿਨਾਂ ਕਿਸੇ ਡਰ ਤੋਂ ਲੜਿਆ, ਪਰ ਸੂਰਮਾ ਜਿੰਨਾ ਚਿਰ ਰਣ ਭੂਮੀ ਦੇ ਵਿੱਚ ਸੀ ਕਿਸੇ ਦਾ ਕੋਈ ਡਰ ਨਹੀਂ ਮੰਨਿਆ, ਨਾ ਬਹੁਤੇ ਵੈਰੀਆਂ ਦੀ ਵਿਚਾਰ ਕੀਤੀ ਵੀ ਵੱਡੀ ਗਿਣਤੀ ਦੇ ਵਿੱਚ ਆ ਜਾਦੇ ਹੈ। ਬਹੁ ਤੁਰਕ ਮਾਰ ਗਰਜਤ ਬਿਲੰਦ। ਬਹੁਤ ਸਾਰੇ ਤੁਰਕਾਂ ਨੂੰ ਮਾਰ ਕਰਕੇ ਭਾਰੀ ਗਰਜਨਾ ਕਰਕੇ ਇਹਨਾਂ ਦੇ ਹੌਸਲੇ ਪਸਤ ਐਮ ਗੁਰੂ ਕਿਰਹਿ ਜਬ ਬੀਚ ਆਏ। ਇਸ ਤਰੀਕੇ ਦੇ ਨਾਲ ਸ਼ਹਾਦਤ ਪਾ ਗਿਆ ਹੈ। ਇਹ ਹੁਣ ਸੋਚਦੇ ਆ ਜਿਹੜੇ ਤੁਰਕ, ਕਹਿੰਦੇ ਜਿਵੇਂ ਭਾਈ ਜੇਠਾ ਸਾਡੇ ਵਿੱਚ ਘਿਰ ਗਿਆ ਸੀ ਨਾ ਇਕੱਲਾ, ਤੇ ਅਸੀਂ ਉਸ ਨੂੰ ਸ਼ਹੀਦ ਕਰ ਲਿਆ, ਮਾਰ ਲਿਆ। ਜੇ ਕਿਤੇ ਐਵੇਂ ਹੀ ਸਾਡੇ ਵਿੱਚ ਇਕੱਲਾ ਗੁਰੂ ਹਰਗੋਬਿੰਦ ਸਾਹਿਬ ਘਿਰ ਜਾਵੇ, ਇਕੱਲਾ ਸਾਡੇ ਝੁੰਡ ਦੇ ਕਾਬੂ ਆ ਜਾਵੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ, ਇਹ ਵਿਚਾਰ ਕਰਦੇ ਆ ਜੇ ਐਵੇਂ ਅਸੀਂ ਘੇਰ ਲਈਏ ਸਤਿਗੁਰਾਂ ਦੇ ਤਾਈ। ਕਹਿ ਲੇਹ ਘੇਰ ਕਿਮ ਜਾਨ ਪਾਏ। ਫਿਰ ਅਸੀਂ ਫੜ ਲਵਾਂਗੇ ਐਸਾ ਘੇਰਾ ਪਾ ਕੇ ਕਿਵੇਂ ਛੁੱਟ ਜਾਣਗੇ ਸਾਡੇ ਪਾਸੋਂ, ਜਿਵੇਂ ਭਾਈ ਜੇਠੇ ਨੂੰ ਮਾਰ ਲਿਆ ਅਸੀਂ, ਐਂ ਹੀ ਸਤਿਗੁਰਾਂ ਨੂੰ ਕਾਬੂ ਕਰ ਲਵਾਂਗੇ। ਜੇ ਕਰਹਿ ਬਹੁਤ ਸ਼ਸਤਰਨ ਪ੍ਰਹਾਰ। ਜੇ ਇਸ ਸਿੱਖ ਦੇ ਵਾਂਗੂ ਗੁਰੂ ਵੀ ਸਾਡੇ ਉੱਪਰ ਬਹੁਤ ਸਾਰੇ ਸ਼ਸਤਰਾਂ ਦੀ ਮਾਰ ਮਚਾਏਗਾ। ਹਥਿਆਰ ਮਾਰ ਦਹਿ ਸੰਘਾਰ। ਫਿਰ ਅਸੀਂ ਵੀ ਆਪਣੇ ਸ਼ਸਤਰਾਂ ਦੇ ਵਾਰ ਕਰਕੇ ਸਤਿਗੁਰੂ ਸਾਹਿਬ ਨੂੰ ਰਣ ਭੂਮੀ ਦੇ ਵਿੱਚ ਸ਼ਹੀਦ ਕਰ ਦਿਆਂਗੇ, ਮਾਰ ਦਿਆਂਗੇ। ਇਤ ਭਇਓ ਜੁਧ ਜੇਠੇ ਪ੍ਰਚੰਡ।
ਇਧਰ ਇਸ ਤਰੀਕੇ ਨਾਲ ਭਾਈ ਜੇਠੇ ਦਾ ਭਿਆਨਕ ਜੰਗ ਹੋਇਆ ਗੁਰਪੁਰੀ ਪਹੁੰਚੇ ਹੋਏ ਖੰਡ ਖੰਡ ਔਰ ਸਰੀਰ ਦੇ ਟੋਟੇ ਟੋਟੇ ਹੋ ਗਏ। ਗੁਰਪੁਰੀ ਦੇ ਵਿੱਚ ਵਾਸਾ ਹੋਇਆ, ਸੱਚਖੰਡ ਵਿੱਚ ਜਾ ਬਰਾਜਿਆ ਗੁਰੂ ਕਾ ਸੂਰਮਾ ਸਿੱਖ। ਇਧਰ ਮਲਕ ਜਾਤੀ ਜੋ ਸਿੱਖ ਹੈ ਸਤਿਗੁਰਾਂ ਦਾ, ਇਹ ਬੜੇ ਵੀਰ ਰਸ ਦੇ ਵਿੱਚ ਹੈ, ਦੌੜਿਆ ਫਿਰ ਰਿਹਾ ਹੈ ਜੰਗ ਦੇ ਵਿੱਚ ਜੀ। ਜਹ ਸ਼ਮਸ ਬੇਗ ਤਹ ਅਕਰ ਜਾਏ, ਜਿੱਥੇ ਸ਼ਮਸ ਬੇਗ ਹੈ ਨਾ, ਲਲਾ ਬੇਗ ਦਾ ਇੱਕ ਹੋਰ ਪੁੱਤਰ ਇੱਕ ਮਾਰਿਆ ਗਿਆ ਕਾਸਮ ਬੇਗ ਭਾਈ ਲੱਖੂ ਦੇ ਹੱਥੋਂ। ਦੂਜਾ ਹੈ ਸ਼ਮਸ ਬੇਗ, ਇਹ ਜਿੱਥੇ ਰਣ ਭੂਮੀ ਦੇ ਵਿੱਚ ਡਟਿਆ ਹੋਇਆ ਸੀ ਆਪਣੀ ਫੌਜ ਦੀ ਅਗਵਾਈ ਕਰਦਿਆਂ ਹੋਇਆਂ, ਉਹਦੇ ਸਾਹਮਣੇ ਪਹੁੰਚ ਗਿਆ ਗੁਰੂ ਕਾ ਸਿੱਖ ਸੂਰਮਾ। ਖੈਂਚੀ ਕਮਾਨ ਮਾਰੇ ਖਤੰਗ, ਆਪਣੀ ਤਿੱਖੀ ਪ੍ਰਚੰਡ ਜੋ ਆਪਣੀ ਪੱਕੀ ਕਮਾਨ ਹੈ, ਧਨੁੱਖ ਹੈ, ਇਸ ਦੇ ਤਾਈ ਖਿੱਚ ਖਿੱਚ ਕੇ ਇਸ ਦੇ ਵਿੱਚੋਂ ਤਿੱਖੇ ਤੀਰ ਛੱਡੇ। ਲੱਗ ਗਏ ਪਾਰ ਭੇ ਹੋਰ ਅੰਗ, ਇਹ ਛੱਡੇ ਹੋਏ ਇਸ ਦੇ ਤੀਰ ਲੱਗੇ ਆ ਸ਼ਮਸ ਬੇਗ ਦੇ ਸਰੀਰ ਨੂੰ ਜਾ ਕੇ ਜ਼ਖਮੀ ਕਰਦੇ ਆ, ਇਸ ਦੇ ਸਰੀਰ ਨੂੰ ਵਿੰਨਦੇ ਆ, ਇਸ ਦੇ ਅੰਗਾਂ ਦੇ ਵਿੱਚੋਂ ਲੰਘ ਗਏ ਜੇ। ਚਰਣੰਤ ਚਾਪ ਮੁਕਤੰਤ ਤੀਰ, ਉਸ ਸਮੇਂ ਜਦੋਂ ਤੀਰ ਛੱਡਦਾ ਇਹ ਮਲਕ ਜਾਤੀ ਸਿੱਖ ਸਤਿਗੁਰਾਂ ਦਾ ਸੂਰਮਾ, ਕਹਿੰਦੇ ਚੜਾਕੇ ਪੈਂਦੇ ਆ ਸਖਤ ਧਨੁੱਖ ਦੇ, ਚਰੜਾਟ ਦੀ ਆਵਾਜ਼ ਆ ਜਿਹੜੀ ਉੱਠਦੀ ਹੈ। ਹਰਣੰਤ ਖੋਲ ਭਰਣੰਤ ਭੀਰ, ਔਰ ਜਿਹੜੇ ਸੂਰਮੇ ਦੇ ਲੱਗਦੇ ਆ ਜਾ ਕਰਕੇ ਉਸ ਦੇ ਸਰੀਰ ਦੇ ਜ਼ਖਮ ਖੋਲ ਦਿੰਦੇ ਆ, ਖੂਨ ਵਹਿੰਦਾ। ਐਸੀ ਹਾਲਾਤ ਵੇਖ ਕੇ ਜਿਹੜੇ ਭੀਰ ਕਾਇਰ ਹੈ ਉਹ ਉਸ ਸਮੇਂ ਐਸੇ ਕੜਾਕ ਸੁਣ ਕੇ ਜ਼ਖਮਾਂ ਦੀ ਹਾਲਾਤ ਵੇਖ ਕੇ ਭੱਜ ਜਾਂਦੇ ਆ ਜੰਗ ਨੂੰ ਛੱਡ ਕਰਕੇ। ਧਰਣੰਤ ਢਾਲ ਸੜਕੰਤ ਤੇਗ, ਔਰ ਆਪਸਰੀ ਦੇ ਵਿੱਚ ਢਾਲਿਆਂ ਦੇ ਭਿੜਨ ਦੀ, ਸ਼ਸਤਰਾਂ ਦੇ ਆਪਸਰੀ ਦੇ ਵਿੱਚ ਟਕਰਾਉਣ ਦੀ ਜਿਹੜੀ ਟਣਕਾਰ ਹੈ ਰਣ ਭੂਮੀ ਦੇ ਵਿੱਚ ਉੱਠਦੀ ਹੈ। ਤੇਗਾਂ ਦੇ ਸੜਾਕੇ ਪੈ ਰਹੇ ਹਨ ਉਸ ਸਮੇਂ ਜੰਗ ਵਾਲੀ ਥਾਂ ਤੇ। ਛੁਟਕੰਤ ਲਹੂ ਦਰੜੰਤ ਬੇਗ, ਸੂਰਮਿਆਂ ਦੇ ਸਰੀਰ ਦੇ ਵਿੱਚੋਂ ਬਹੁਤ ਸਾਰਾ ਲਹੂ ਬਹਿ ਰਿਹਾ ਹੈ, ਖੂਨ ਵਗ ਰਿਹਾ ਹੈ। ਔਰ ਬਹੁਤ ਸਾਰੇ ਸੂਰਮੇ ਆ ਜਿਹੜੇ ਦਰੜੀ ਦੇ ਜਾ ਰਹੇ ਹਨ ਘੋੜਿਆਂ ਦੇ ਪੌੜਾਂ ਹੇਠਾਂ ਕਰਕੇ। ਪਹਿਰੰਤ ਮਰਤ ਪਹਿਰੰਤ ਭਾਗ, ਜਿਹੜੇ ਉੱਥੇ ਖਲੋਂਦੇ ਆ ਰਣ ਭੂਮੀ ਦੇ ਵਿੱਚ ਉਹ ਮਾਰੇ ਜਾਂਦੇ ਆ। ਔਰ ਜਿਹੜੇ ਕਾਇਰ ਹਨ ਉਹਨਾਂ ਦੇ ਥਹਿਰੰਤ ਸਰੀਰਾਂ ਨੂੰ ਕਾਂਬੇ ਸਿੜ ਜਾਂਦੇ ਹਨ। ਕਾਂਬੇ ਛਿੜਨ ਦਾ ਕਰਕੇ ਹੌਸਲਾ ਨਹੀਂ ਰਹਿੰਦਾ, ਪਸਤ ਹੋ ਜਾਂਦਾ, ਮਨ ਢਹਿ ਜਾਂਦਾ, ਰਣ ਭੂਮੀ ਦੇ ਵਿੱਚੋਂ ਪਿੱਠ ਫੇਰ ਜਾਂਦੇ ਆ ਜੇ। ਬਹਿਕੰਤ ਖੜਗ ਜਿਨ ਸ਼ਰੋਣ ਲਾਗ, ਜਿਨ੍ਹਾਂ ਦੇ ਸਰੀਰਾਂ ਦੇ ਉੱਪਰ ਸ਼ਸਤਰਾਂ ਦੇ ਵਾਰ ਹੁੰਦੇ ਆ, ਸ਼੍ਰੀ ਸਾਹਿਬ ਇਤਿਆਦਿਕ ਜ਼ਖਮ ਹੋਣ ਕਰਕੇ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਜ਼ਖਮਾਂ ਦੇ ਵਿੱਚੋਂ ਪਰਲ ਪਰਲ ਖੂਨ ਹੈ ਜਿਹੜਾ ਚੱਲਦਾ ਹੈ। ਏਮ ਮੱਚੀ ਮਾਰ ਘਮਸਾਨ ਘਾਲ, ਇਸ ਤਰੀਕੇ ਦਾ ਘਮਸਾਨ ਭਿਆਨਕ ਜੰਗ ਹੋ ਰਿਹਾ ਹੈ, ਰਣ ਭੂਮੀ ਦੇ ਵਿੱਚ ਮਾਰ ਮੱਚੀ ਹੋਈ ਹੈ। ਬਹੁ ਕਿਰਤ ਵੀਰ ਅਰ ਤੁਰੰਗ ਜਾਲ, ਘੋੜੇ ਸੰਗਦੇ ਰਣ ਭੂਮੀ ਦੇ ਵਿੱਚ ਬੇਸ਼ੁਮਾਰ ਸੂਰਮੇ ਮਰੇ ਪਏ ਐ, ਡਿੱਗ ਰਹੇ ਹਨ, ਸ਼ਿਕਾਰ ਹੋ ਰਹੇ ਹਨ ਸ਼ਸਤਰ। ਮਲਕ ਜਾਤੀ ਰਸਾਏ, ਐਸੇ ਭਿਆਨਕ ਮਚੇ ਹੋਏ ਜੰਗ ਦੇ ਵਿੱਚ ਦੀ ਇਹ ਮਲਕ ਜਾਤੀ ਸਿੱਖ ਸੂਰਮੇ ਨੇ ਨੇੜਾ ਕੀਤਾ ਹੈ ਸ਼ਮਸ ਬੇਗ ਦਾ। ਵੇਖ ਸ਼ਮਸ ਬੇਗ ਕੇ ਘਾਲ ਘਾਏ, ਵੇਖਿਆ ਹੈ ਸ਼ਮਸ ਬੇਗ ਦੇ ਤਾਈ ਔਰ ਇਸ ਦੇ ਤਾਈ ਜੰਗ ਮਚਾਉਣ ਦੀ ਇਸ ਦੇ ਨਾਲ ਮਨਸ਼ਾ ਬਣਾ ਲਈ। ਕਰ ਢਾਲ ਅਗਰ ਨਿਜ ਕੋ ਬਚਾਏ, ਇਸ ਭਿਆਨਕ ਜੰਗ ਦੇ ਵਿੱਚ ਇਸ ਦੇ ਕੀਤੇ ਹੋਏ ਸ਼ਸਤਰਾਂ ਦੇ ਵਾਰ ਨੂੰ ਆਪਣੀ ਢਾਲ ਨੂੰ ਅਗਾਂਹ ਕਰਕੇ ਦੇ ਵਾਰਾਂ ਦੇ ਤਾਈਂ ਝੱਲਦਾ ਹੈ, ਸਹਾਰਦਾ ਹੈ। ਓਏ ਗਇਓ ਗੁਰਬਾਜ਼ੀ ਤਵਾਏ, ਜਦੋਂ ਇਸ ਨੇ ਸ਼ਸਤਰ ਉੱਪਰ ਸ਼ਸਤਰਾਂ ਦਾ ਵਾਰ ਕੀਤਾ, ਘੋੜਾ ਦੂਰ ਕਰ ਲਿਆ ਥੋੜਾ ਜਿਹਾ ਮਲਕ ਜਾਤੀ ਸਿੱਖ ਸੂਰਮੇ ਨੇ, ਇਸ ਦਾ ਵਾਰ ਢਾਲ ਦੇ ਉੱਪਰ ਰੋਕ ਕਰਕੇ ਦੂਰੀ ਬਣਾ ਲਈ ਇਸ ਤੋਂ। ਤਬ ਆਪਨ ਆਪ ਕੋ ਬਲ ਸੰਭਾਲ, ਫਿਰ ਆਪਣੇ ਸਰੀਰ ਦਾ ਸਾਰਾ ਬਲ ਸੰਭਾਲਿਆ ਹੈ ਸਤਿਗੁਰਾਂ ਦੇ ਸਿੱਖ ਸੂਰਮੇ ਨੇ। ਬਲਵਾਨ ਬਾਜ ਕੇ ਕਰ ਉਤਾਲ, ਔਰ ਆਪਣੇ ਬਲੀ ਘੋੜੇ ਦੇ ਨਾਲ ਇਸ ਨੂੰ ਕਾਹਲੀ ਦੇ ਨਾਲ ਪ੍ਰੇਰ ਕਰਕੇ ਢਿਗ ਭਇਓ ਆਏ ਕਰ ਖੜਗ ਨੰਗ, ਆਪਣੀ ਸ਼੍ਰੀ ਸਾਹਿਬ ਨੂੰ ਮਗਿਆਨ ਵਿੱਚੋਂ ਧੂ ਕੇ ਬੇਮਿਆਨੀ ਕਰਕੇ ਇਸ ਦਾ ਨੇੜਾ ਕੀਤਾ ਦੋਰੇ ਫੇਰ ਸ਼ਮਸ ਬੇਗ ਦਾ। ਕਰ ਕੋ ਉਭਾਰ ਵੱਡ ਬੇਗ ਸੰਗ, ਆਪਣੇ ਹੱਥ ਨੂੰ ਹਵਾ ਦੇ ਵਿੱਚ ਉਲਾਰਿਆ ਤਾਂ ਨੂੰ ਬੜੇ ਜ਼ੋਰ ਦੇ ਨਾਲ। ਕੀਨੋ ਪ੍ਰਹਾਰ ਤਨ ਸੁਭੱਟ ਵਿਪਰ, ਔਰ ਜਦੋਂ ਨੇੜਾ ਕੀਤਾ ਹੈ ਨਾ ਮਲਕ ਜਾਤੀ ਨੇ ਦੋਰੇ ਇਸ ਸ਼ਮਸ ਬੇਗ ਦਾ, ਇਸ ਨੇ ਆਪਣੀ ਸ਼੍ਰੀ ਸਾਹਿਬ ਕੱਢੀ ਹੈ ਮਿਆਨ ਦੇ ਵਿੱਚੋਂ।
ਔਰ ਭਰਮਾ ਵਾਰ ਜਿਹੜਾ ਇੱਕ ਕੀਤਾ ਹੈ ਸਤਿਗੁਰਾਂ ਦੇ ਬ੍ਰਾਹਮਣ ਸਿੱਖ ਸੂਰਮੇ ਦੇ ਉੱਪਰ ਜੀ। ਰਣ ਚਤੁਰ ਹਾਥ ਧਰਤ ਛਿਪਰ ਛਿਪਰ। ਇਸ ਦਾ ਕੀਤਾ ਹੋਇਆ ਇਹ ਵਾਰ ਸਤਿਗੁਰਾਂ ਦੇ ਸਿੱਖ ਸੂਰਮੇ ਨੇ ਜੋ ਰਣਨੀਤੀ ਦੇ ਵਿੱਚ ਨਿਪੁੰਨ ਹੈ, ਜੰਗ ਯੁੱਧ ਦੀ ਵਿਦਿਆ ਦੇ ਵਿੱਚ, ਉਸਨੇ ਆਪਣੇ ਹੱਥ ਵਿੱਚ ਫੜੇ ਹੋਏ ਢਾਲੇ ਦੇ ਉੱਪਰ ਸਹਾਰ ਲਿਆ, ਇਸ ਦੇ ਵਾਰ ਨੂੰ ਰੋਕ ਲਿਆ। ਲੀਨਸ ਬਚਾਏ ਆਪਨ ਸਰੀਰ। ਇਉਂ ਆਪਣੇ ਸਰੀਰ ਤੋਂ ਲੱਗਣ ਤੋਂ ਇਸ ਦੇ ਸ਼ਸਤਰ ਨੂੰ ਰੋਕ ਲਿਆ ਹੈ, ਬਚਾ ਲਿਆ ਹੈ। ਔਰ ਭਇਓ ਕੋਪ ਬਿਨ ਤਰਾਸ ਧੀਰ। ਕੋਈ ਡਰ ਨਹੀਂ ਮੰਨਿਆ ਕਿਸੇ ਪ੍ਰਕਾਰ ਦਾ, ਔਰ ਬਹੁਤ ਭਾਰੀ ਵੀਰ ਰਸ ਦੇ ਵਿੱਚ ਆ ਗਿਆ ਸਿੱਖ ਸੂਰਮਾ। ਅਤ ਨਿਕਟ ਤੁਰੰਗ ਲੜ ਮਾਹੇ। ਬਹੁਤ ਆਫਰੀ ਦੇ ਵਿੱਚ ਲੜਦਿਆਂ ਘੋੜਿਆਂ ਦੀ ਨਜ਼ਦੀਕਤਾ ਵੱਧ ਗਈ, ਨੇੜੇ ਹੋ ਗਏ ਜਾਦੇ। ਤਿਜ ਕੋ ਬਿਲੰਦ ਅਰ ਥਕੀਏ ਨਾਹੇ। ਜਿਹੜਾ ਇਸ ਬ੍ਰਾਹਮਣ ਦਾ ਘੋੜਾ ਸੀ ਮਲਕ ਜਾਤੀ ਸਿੱਖ ਸੂਰਮੇ ਦਾ, ਇਹ ਬਹੁਤ ਬਲੀ ਵੀ ਸੀ ਔਰ ਥੱਕਿਆ ਹੋਇਆ ਵੀ ਨਹੀਂ ਸੀ। ਇਸਨੇ ਕੋਈ ਸਫ਼ਰ ਨਹੀਂ ਸੀ ਕੀਤਾ, ਰਣ ਭੂਮੀ ਦੇ ਵਿੱਚ ਹੀ ਉਤਰਿਆ ਸੀ ਸਿੱਧਾ। ਹਟ ਤੁਰਤ ਪ੍ਰਛੰਡਾ ਮਾਰ ਦੀਨ। ਇਸ ਘੋੜੇ ਨੇ ਜਦੋਂ ਤੁਰਕਦੇ ਘੋੜੇ ਦੀ ਅਤਿਅੰਤ ਨੇੜਤਾ ਜਾਣੀ, ਘੋੜਾ ਫੁਰਤੀ ਦੇ ਨਾਲ ਪਿੱਛੇ ਹਟ ਕੇ ਇਸਨੇ ਪਛੰਡਾ ਮਾਰਿਆ, ਆਪਣੇ ਪਿਛਲੇ ਪੌੜਾਂ ਦਾ ਵਾਰ ਕੀਤਾ ਤੁਰਕਦੇ ਘੋੜੇ ਦੇ ਉੱਪਰ ਜੇ। ਹੈ ਬਲੀ ਤੁਰਕ ਕੋ ਥਕਤ ਕੀਨ। ਇਹ ਜਿਹੜਾ ਤੁਰਕ ਸੀ ਇਸ ਦਾ ਘੋੜਾ ਬੜਾ ਬਲੀ ਤੇ ਸੀ, ਪਰ ਥੱਕਿਆ ਹੋਇਆ ਸੀ, ਰਸਤੇ ਦਾ ਸਫ਼ਰ ਫੱਕਦਾ ਆ ਰਿਹਾ ਸੀ। ਲਗ ਸ਼ਮਸ ਬੇਗ ਕੀ ਜਾਂਗ ਚੋਟ। ਇਸ ਕਰਕੇ ਇਹ ਘੋੜਾ ਪ੍ਰੇਰਿਆ ਵੀ ਸ਼ਮਸ ਬੇਗ ਨੇ ਪਿੱਛੇ ਹਟਣ ਦੀ ਕੋਸ਼ਿਸ਼ ਵੀ ਕੀਤੀ ਵੀ ਘੋੜੇ ਦੇ ਪਛੰਡੇ ਤੋਂ ਬਚਾਂ, ਪਰ ਥੱਕਿਆ ਹੋਇਆ ਘੋੜਾ ਪਿੱਛੇ ਨਾ ਹਟ ਸਕਿਆ। ਇਸ ਕਰਕੇ ਇਸ ਦੇ ਪਛੰਡੇ ਦਾ ਵਾਰ ਸ਼ਮਸ ਬੇਗ ਦੇ ਪੱਟ ਤੇ ਲੱਗ ਗਿਆ, ਲੱਤ ਦੇ ਉੱਪਰ ਗੋਡੇ ਤੋਂ ਉੱਪਰਲੀ ਥਾਂ ਤੇ ਲੱਗਿਆ ਜਾ ਕਰਕੇ। ਕਰ ਰਹੇ ਹੋ ਯਤਨ ਹੋਏ ਕਹਾਂ ਓਟ। ਬੜੀ ਕੋਸ਼ਿਸ਼ ਕੀਤੀ ਵੀ ਮੈਂ ਬਚ ਜਾਵਾਂ, ਕੋਈ ਓਲਾ ਤੱਕ ਲਵਾਂ, ਪਰ ਕਿੱਥੇ ਬਚ ਸਕਦਾ ਸੀ, ਬਚਿਆ ਨਾ ਗਿਆ। ਨਿਜ ਸੀਗਰ ਧਾਰ ਹੈ ਤਾੜ ਫੇਰ। ਜਦੋਂ ਵੇਖਿਆ ਹੈ ਮਲਕ ਜਾਤੀ ਸਿੱਖ ਸੂਰਮੇ ਨੇ ਕਿ ਘੋੜੇ ਦੀ ਪਛੰਡੇ ਦੀ ਮਾਰ ਹੇਠ ਆ ਕੇ ਜ਼ਖਮੀ ਹੋ ਗਿਆ ਸ਼ਮਸ ਬੇਗ, ਇਸ ਨੇ ਚਲਾਕੀ ਵਰਤੀ, ਕਾਹਲੀ ਦੇ ਨਾਲ ਘੋੜੇ ਫਿਰ ਨੇੜੇ ਲਿਆਂਦਾ ਇਸ ਦੇ। ਮਨ ਕਰਿਓ ਆਨ ਕਰ ਤੁਰਕ ਨੇਰ। ਔਰ ਦੋਹਰੇ ਆਣ ਕਰਕੇ ਇਸ ਤੁਰਕ ਦਾ ਨੇੜਾ ਕੀਤਾ, ਇਸ ਦੀ ਨਜ਼ਦੀਕਤਾ ਕੀਤੀ ਰਣ ਭੂਮੀ ਵਿੱਚ ਜੇ। ਮਾਰਿਓ ਕਿਰਪਾਨ ਲਗ ਕੰਠ ਘਾਏ। ਇਸ ਦਾ ਨੇੜਾ ਕਰਕੇ ਮੌਕਾ ਪਾ ਕੇ ਸ਼੍ਰੀ ਸਾਹਿਬ ਦਾ ਵਾਰ ਕੀਤਾ ਆਪਣੀ ਤਿੱਖੀ ਦਾ, ਉਹ ਵਾਰ ਇਸ ਦੀ ਧੌਣ ਦੇ ਉੱਪਰ ਲੱਗ ਗਿਆ ਸ਼ਮਸ ਬੇਗ ਦੇ। ਸਿਰ ਪਰਿਓ ਜਾਏ ਭੂ ਪਰ ਲੁਠਾਏ। ਇਸ ਦੇ ਧੜ ਦੇ ਉੱਪਰੋਂ ਇਸ ਦਾ ਸਿਰ ਕੱਲਾ ਡਿੱਗ ਕਰਕੇ ਧਰਤੀ ਦੇ ਉੱਪਰ ਡਿੱਗ ਪਿਆ, ਧੂੜ ਦੇ ਵਿੱਚ ਲਿਪਟ ਗਿਆ ਹੈ। ਜਿਮ ਪਕਿਓ ਹੋਏ ਫਲ ਡਾਲ ਸੰਗ। ਕਹਿੰਦੇ ਜਿਸ ਤਰੀਕੇ ਨਾਲ ਕਿਸੇ ਰੁੱਖ ਦੀ ਕਿਸੇ ਟਾਹਣੀ ਦੇ ਨਾਲ ਇੱਕ ਪੱਕਿਆ ਹੋਇਆ ਫਲ ਲੱਗਿਆ ਹੋਵੇ, ਬਿਲਕੁਲ ਪੱਕ ਗਿਆ ਹੋਵੇ, ਉਹਦਾ ਸਮਾਂ ਨੇੜੇ ਆ ਗਿਆ ਹੋਵੇ। ਇਸ ਹੱਥ ਹੈ ਲਸ਼ਟਕਾ ਗ੍ਰਹਿ ਭੰਗ। ਔਰ ਉਸ ਨੂੰ ਪਤਲੀ ਜੀ ਸੋਟੀ ਦਾ ਵਾਰ ਹੀ ਕਰੀਏ ਨਾ, ਬਿਨਾਂ ਯਤਨ ਹੀ ਆ ਕਰਕੇ ਧਰਤੀ ਤੇ ਡਿੱਗ ਪੈਂਦਾ ਜੇ। ਧਰ ਸਹਿਤ ਤੁਰੰਗ ਆਗੇ ਚਲੰਤ। ਇਸੇ ਤਰੀਕੇ ਨਾਲ ਸ਼੍ਰੀ ਸਾਹਿਬ ਦੇ ਵਾਰ ਦੇ ਨਾਲ ਇਸ ਦਾ ਸਿਰ ਇਸ ਦੇ ਧੜ ਨਾਲੋਂ ਜੁਦਾ ਕਰਕੇ ਸੁਖਾਲਾ ਹੀ ਸਿੱਟ ਲਿਆ। ਸਤਿਗੁਰਾਂ ਦੇ ਸਿੱਖ ਸੂਰਮੇ ਨੇ ਜਿਹੜਾ ਇਸ ਦਾ ਧੜ ਸੀ ਨਾ, ਉਹ ਇਕੱਲਾ ਹੀ ਘੋੜੇ ਤੇ ਬੈਠਾ ਰਹਿ ਗਿਆ ਕੁਝ ਸਮੇਂ ਦੇ ਲਈ। ਉਸੇ ਤਰੀਕੇ ਘੋੜੇ ਦੇ ਉੱਪਰ ਹੈ ਔਰ ਘੋੜਾ ਅੱਗੇ ਨੂੰ ਲੈ ਕੇ ਤੁਰ ਪਿਆ ਹੈ। ਪਗ ਫਸੇ ਰਕਾਬਨ ਮਹਿ ਗਿਰੰਤ। ਇਸ ਦਾ ਧੜ ਪਿੱਛੇ ਨੂੰ ਉਲਰ ਗਿਆ, ਪਰ ਪੈਰ ਹੈ ਜਿਹੜੇ ਰਕਾਬਾਂ ਦੇ ਵਿੱਚ ਫਸੇ ਰਹਿ ਗਏ, ਇਸ ਕਰਕੇ ਧੜ ਜਿਹੜਾ ਉੱਤੇ ਹੀ ਹੈ ਘੋੜੇ ਦੀ ਕਾਠੀ ਦੇ ਉੱਪਰ ਏ। ਜਦ ਚਲਿਓ ਅਗਰ ਤਰ ਲਟਕ ਆਏ। ਜਦੋਂ ਅੱਗੇ ਨੂੰ ਤੁਰਿਆ ਹੈ ਘੋੜਾ ਕਾਹਲੀ ਦੇ ਨਾਲ, ਉਸ ਸਮੇਂ ਫਿਰ ਹੇਠਾਂ ਨੂੰ ਲਟਕ ਗਿਆ ਇਸ ਦਾ ਧੜ ਸੀ ਜਿਹੜਾ ਕੱਲਾ। ਤਿਵ ਕਿਉ ਤੁਰੰਗ ਕਰ ਬੇਗ ਧਾਏ। ਇਸ ਦੇ ਘੋੜੇ ਦੇ ਜਦੋਂ ਇਹ ਧੜ ਥੱਲੇ ਲਮਕਿਆ, ਭਿਬਕ ਗਿਆ, ਭਾਵ ਡਰ ਗਿਆ, ਤਰਕ ਗਿਆ ਹੈ ਘੋੜਾ ਉਸ ਸਮੇਂ ਐਸੀ ਹਾਲਾਤ ਦੇ ਵਿੱਚ, ਔਰ ਬੜੀ ਕਾਹਲੀ ਦੇ ਨਾਲ ਤੇਜ਼ੀ ਦੇ ਨਾਲ ਦੌੜ ਪਿਆ ਹੈ। ਜਿਉਂ ਜਿਉਂ ਚਲੰਤ ਐਚਿਓ ਸੋ ਜਾਏ। ਜਿਵੇਂ ਜਿਵੇਂ ਹੁਣ ਘੋੜਾ ਦੌੜਦਾ ਹੈ ਨਾ, ਡਰਿਆ ਹੋਇਆ, ਤਰਬਕਿਆ ਹੋਇਆ, ਇਸ ਦੇ ਪੈਰ ਰਕਾਬਾਂ ਵਿੱਚ ਫਸੇ ਹੋਣ ਦਾ ਕਰਕੇ ਉਵੇਂ ਉਵੇਂ ਇਸ ਦਾ ਧੜ ਹੈ ਜਿਹੜਾ ਉਹ ਨਾਲ ਨਾਲ ਹੀ ਧੂਈਦਾ ਜਾਂਦਾ ਹੈ ਐਸੀ ਹਾਲਾਤ ਵਿੱਚ। ਤਿਉ ਤਿਉ ਤਰਸੰਤ ਸ਼ਬਦ ਸੋ ਜਾਏ। ਸ਼ਬਦ ਤਿਉ ਤਿਉ ਤਰਸੰਤ ਸ਼ਬਦ ਜੋ ਉਠਾਏ। ਔਰ ਉਸੇ ਤਰੀਕੇ ਦੇ ਨਾਲ ਆਵਾਜ਼ ਹੁੰਦੀ ਜਾਂਦੀ ਹੈ ਇਸ ਦੇ ਧੜ ਦੇ ਘਸੀਟਣ ਦੀ। ਜਿਵੇਂ ਜਿਵੇਂ ਆਵਾਜ਼ ਉੱਠਦੀ ਹੈ ਘੋੜਾ ਹੋਰ ਜ਼ਿਆਦਾ ਡਰ ਜਾਂਦਾ ਹੈ ਜੇ। ਨਹਿ ਟਿਕਹਿ ਕਿਤਹੁ ਭਾਜਿਓ ਫਿਰੰਤ। ਇਸ ਕਰਕੇ ਕਿਤੇ ਵੀ ਰਣ ਭੂਮੀ ਦੇ ਵਿੱਚ ਘੋੜਾ ਖਲੋਂਦਾ ਨਹੀਂ,
ਇਸ ਦੀ ਲੋਥ ਨੂੰ ਬਿਨਾਂ ਸਿਰ ਤੋਂ ਲੈ ਕੇ ਰਣ ਭੂਮੀ ਦੇ ਵਿੱਚ ਦੌੜਿਆ ਫਿਰ ਰਿਹਾ ਹੈ। ਧਰ ਕੋ ਘਸੀਟ ਅਤਸ਼ੈ ਡਰੰਤ ਇਸ ਦੇ ਧੜ ਨੂੰ ਘਸੀਟਦਾ ਹੋਇਆ ਬਹੁਤ ਭਾਰੀ ਡਰ ਦੇ ਸਮੇਤ ਦੌੜਦਾ ਫਿਰਦਾ ਹੈ ਘੋੜਾ। ਸਭ ਸੈਨ ਵਿਖੈ ਇਤ ਉਤ ਜੋ ਜਾਏ ਇਹਨਾਂ ਦੀ ਤੁਰਕਾਂ ਦੀ ਜਿੰਨੀ ਫੌਜ ਖਲੋਤੀ ਹੋਈ ਸੀ ਸਾਰੀ ਫੌਜ ਦੇ ਵਿੱਚ ਪ੍ਰਵੇਸ਼ ਕਰ ਗਿਆ। ਕਦੇ ਇੱਧਰ ਨੂੰ ਦੌੜਦਾ ਹੈ, ਕਦੇ ਉੱਧਰ ਨੂੰ ਦੌੜਦਾ ਹੈ, ਇਸ ਦੇ ਮ੍ਰਿਤਕ ਸਰੀਰ ਨੂੰ ਲੈ ਕਰਕੇ। ਜਹ ਲਲਾ ਬੇਗ ਲਰ ਕਸ਼ਟ ਪਾਏ ਜਿੱਥੇ ਲਲਾ ਬੇਗ ਲੜ ਰਿਹਾ ਸੀ ਨਾ ਭਾਰੀ ਦੁੱਖ ਦੇ ਸਮੇਤ ਆਪਣੇ ਪਹਿਲੇ ਪੁੱਤਰ ਦੀ ਲੋਥ ਵੇਖ ਕਰਕੇ, ਕਾਸਮ ਬੇਗ ਦੀ ਮੌਤ ਵੇਖ ਕਰਕੇ ਬੜੀ ਪੀੜਾ ਵਿੱਚ ਸੀ, ਬੜਾ ਦੁਖੀ ਹੋਇਆ, ਜੰਗ ਦੇ ਵਿੱਚ ਮਸ਼ਗੂਲ ਸੀ। ਘੋੜਾ ਪਛਾਨ ਧਰ ਲਟਕ ਦੇਖ ਜਦੋਂ ਘੋੜਾ ਉਸਦੇ ਪਾਸ ਪਹੁੰਚਿਆ ਉਸਨੇ ਪਛਾਣਿਆ ਵੀ ਇਹ ਤੇ ਮੇਰੇ ਦੂਜੇ ਪੁੱਤਰ ਦਾ ਘੋੜਾ ਹੈ, ਸ਼ਮਸ਼ ਬੇਗ ਦਾ, ਔਰ ਇਸ ਦੇ ਧੜ ਨੂੰ ਵੀ ਪਛਾਣ ਲਿਆ ਵੀ ਇਹ ਮੇਰੇ ਪੁੱਤਰ ਦਾ ਹੀ ਧੜ ਹੈ। ਮਰ ਗਇਓ ਜਾਨ ਸ਼ੋਕਤ ਵਿਸ਼ੇਖ ਆਪਣੇ ਪੁੱਤਰ ਦੀ ਬਿਨਾਂ ਸਿਰ ਵਾਲੀ ਇਉਂ ਲੋਥ ਵੇਖ ਕੇ ਐਸੇ ਭਿਆਨਕ ਦ੍ਰਿਸ਼ ਨੂੰ ਕਹਿੰਦੇ ਇਸ ਨੂੰ ਐਸਾ ਦੁੱਖ ਵਧਿਆ, ਮੰਨ ਲਓ ਜਿਵੇਂ ਇਹ ਮਾਰੀ ਗਿਆ ਹੋਵੇ, ਇਹਦੇ ਸਰੀਰ ਦੇ ਵਿੱਚ ਸਵਾਸ ਰਹਿ ਹੀ ਨਾ ਗਏ ਹੋਣ, ਐਸੀ ਹਾਲਾਤ ਇਸ ਦੀ ਹੋ ਗਈ। ਇੱਕ ਭਰਾ ਇੱਕ ਭਣੇਵਾ, ਦੋ ਪੁੱਤਰ ਇਸ ਦੇ ਇਸ ਜੰਗ ਦੇ ਵਿੱਚ ਇਸ ਦੀਆਂ ਅੱਖਾਂ ਦੇ ਸਾਹਮਣੇ ਵਿਨਾਸ਼ ਹੋ ਗਏ ਹੈ। ਸੋ ਮੌਤ ਦੇ ਸਮਾਨ ਹੀ ਹੋਣਾ ਹੈ। ਬੰਦੇ ਨੇ ਅਭਿਮਾਨੀ ਹੋ ਕੇ ਚੜ੍ਹ ਕੇ ਆਇਆ ਸੀ, ਹੁਣ ਐਸੀ ਤਰਸਯੋਗ ਹਾਲਾਤ ਹੈ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੇ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮਾਪਤੀ ਹੈ ਦੇ। ਘੋੜਾ ਪਛਾਨ ਧਰ ਲਟਕ ਦੇਖ